ਉਹ ਸਿਰਫ ਔਰ ਸਿਰਫ ਚੈਲੰਜਿੰਗ ਕੇਸ ਨੂੰ ਹੱਥ ਪਾਉਂਦੇ ਨੇ ਔਰ ਉਹਨਾਂ ਦਾ ਇਲਾਜ ਕਰਦੇ ਨੇ। ਕੋਈ ਤੁਹਾਡੇ ਲੁਧਿਆਣੇ ਦੇ ਵੱਡੇ ਹਸਪੀਟਲਾਂ ਦਾ ਹੈ ਜਾਂ ਕੋਈ ਦਿੱਲੀ ਦੇ ਹਸਪੀਟਲਾਂ ਦਾ ਹੈ ਜਾਂ ਕੋਈ ਚੰਡੀਗੜ੍ਹ ਦੇ ਹੈ ਜੀ ਜੀ। ਤੇ ਖੁਦਾ ਦੀ ਰਹਿਮਤ ਨਾਲ ਜਿਹੜੇ ਬੰਦੇ ਵਾਕ ਨਹੀਂ ਕਰ ਸਕਦੇ, ਤੁਰ ਨਹੀਂ ਸਕਦੇ, ਤੁਰ ਕੇ ਜਾਂਦੇ ਨੇ। ਤੁਸੀਂ ਤਾਂ ਅੱਖਾਂ ਪੜ੍ਹ ਕੇ ਹੱਥ ਫੜ ਕੇ ਦੱਸ ਸਕਦੇ ਹੋ, ਆਮ ਇਨਸਾਨ ਨੂੰ ਕਿਵੇਂ ਪਤਾ ਲੱਗੇ ਕਿ ਮੇਰੇ ਸਰੀਰ ਦੇ ਵਿੱਚ ਜਿਹੜੀ ਕੈਂਸਰ ਦੀ ਸ਼ੁਰੂਆਤ ਹੋ ਚੁੱਕੀ ਹੈ? ਉਹਦੀ ਪਛਾਣ ਕੀ ਹੁੰਦੀ ਹੈਗੀ ਹੈ ਕਿ ਜੇ ਬਹੁਤ ਇੰਪੋਰਟੈਂਟ ਗੱਲ ਤੁਸੀਂ ਇੱਥੇ ਕਹਿ ਰਹੇ ਹੋ, ਟੀਵੀ ਮੂਹਰੇ ਖਾਣਾ ਖਾਣ ਦੇ ਸੰਬੰਧ 'ਚ ਕੀ ਅਸਰ ਕੀ ਰੱਖਦਾ ਜੀ ਫਿਰ? ਸਾਡਾ ਖਾਣਾ ਬਣਾਉਣ ਦਾ ਬਣਾਉਣਾ, ਖਾਣਾ ਖਾਣ ਦੇ ਉੱਤੇ ਵੀ ਸਾਡਾ ਧਿਆਨ ਨਹੀਂ। ਜੇ ਤੁਸੀਂ ਖਾਣੇ ਨਾਲ ਜਿਹੋ ਜਿਹਾ ਬਿਹੇਵ ਕਰੋਗੇ ਖਾਂਦੇ ਹੋਏ, ਖਾਣੇ ਨੇ ਤੁਹਾਡੀ ਬੋਡੀ ਦੇ ਵਿੱਚ ਉਹ ਪਹਿਲੀ ਸਟੇਜ ਦਾ ਜਿਹੜਾ ਕੈਂਸਰ ਹੈਗਾ, ਜਿਹਨੂੰ ਹੋਵੇ ਵੀ ਜੇ ਕੈਂਸਰ, ਉਹ ਦਵਾਈਆਂ ਨਾਲ ਹੀ ਖੁਰਖਰ ਜਾਂਦਾ ਹੈ। ਉਹਦੇ 'ਚ ਕੀਮੋਥੈਰੇਪੀ ਦੀ ਲੋੜ ਨਹੀਂ ਹੁੰਦੀ, ਡਾਕਟਰ ਦੇਖਦੇ ਚਾਹੇ ਕੁਝ ਕਰਨ ਜੀ। ਚੰਗੀ ਸਿਹਤ ਦੀ ਪਰਿਭਾਸ਼ਾ ਤੁਹਾਡੇ ਮੁਤਾਬਕ ਕੀ ਹੈ? ਮੁਹੱਬਤ ਦੀ ਗੱਲ ਹੈ। ਜਿੱਤੇ ਜ਼ਿਆਦਾ ਜਿਹੜੇ ਲੋਕ ਨੇ ਦਵਾਈਆਂ ਕਰਕੇ ਬਿਮਾਰ ਨੇ। ਜੇ ਦਵਾਈਆਂ ਦਾ ਇਸ ਤਰ੍ਹਾਂ ਦਾ ਪ੍ਰਚਾਰ ਨਾ ਹੋਵੇ, ਅਸੀਂ ਟੀਵੀ ਦੇ ਉੱਤੋਂ, ਡਾਕਟਰਾਂ ਦੇ ਉੱਤੋਂ, ਸਾਡੇ ਤਾਂ ਪੈਕੇਜ ਬਣੇ ਹੋਏ ਨੇ। ਐਕਚੁਅਲੀ ਜਿਹੜਾ ਡਾਕਟਰੀ ਵਿਗਿਆਨ ਹੈ, ਇਹ ਡਾਕਟਰੀ ਨਹੀਂ ਕਰ ਰਿਹਾ, ਪੈਸਾ ਇਕੱਠਾ ਕਰ ਰਿਹਾ। ਤੁਹਾਡੇ ਕੋਲ ਇੱਥੇ ਜੇਕਰ ਬੰਦਾ ਕੋਈ ਇਦਾਂ ਦਾ ਆਵੇ, ਜਿਹੜਾ ਤੁਸੀਂ ਚੈਲੰਜਿੰਗ ਕੇਸਿਸ ਦੀ ਗੱਲ ਕਰਦੇ ਹੋ, ਤੇ ਕਿੰਨੇ % ਚਾਂਸਿਸ ਹੈਗੇ ਨੇ ਕਿ ਇਹ ਤੁਹਾਡੀ ਦਵਾਈ ਖਾਣ ਤੋਂ ਬਾਅਦ ਬੰਦਾ ਠੀਕ ਹੋ ਜਾਵੇ ਜਾਂ ਬੰਦੀ ਠੀਕ ਹੋ ਜਾਵੇ? ਤੁਹਾਡਾ ਮੈਨੂੰ ਸਵਾਲ ਬੜਾ ਚੰਗਾ ਲੱਗਿਆ। ਜ਼ਿਆਦਾ ਬੈਟਰ ਇਹੀ ਰਹੂਗਾ ਕਿ ਮੈਂ ਆਪਣੇ ਮੂੰਹ ਕੁਛ ਨਾ ਕਹਾਂ। ਸੰਡੇ ਨੂੰ ਆ ਕੇ ਤੁਸੀਂ ਲੋਕਾਂ ਦੀ ਇੰਟਰਵਿਊ ਕਰੋ। ਐਸਾ ਕੁਝ ਤੁਸੀਂ ਕੁਦਰਤ ਦੇ ਵਿੱਚ ਕੀ ਦੇਖਿਆ ਕਿ ਜਿਹੜਾ ਤੁਸੀਂ ਕੁਦਰਤ ਨੂੰ ਹੀ ਆਪਣੀ ਇਲਾਜ ਦਾ, ਟ੍ਰੀਟਮੈਂਟ ਦਾ ਔਰ ਲੋਕਾਂ ਨੂੰ ਠੀਕ ਕਰਨ ਦਾ ਤਰੀਕਾ ਅਪਣਾਇਆ? ਤੁਸੀਂ ਹੋਈ ਨੇਚਰ ਦਾ ਲੋਕਾਂ ਨੂੰ ਕੋਈ ਵੀ ਟ੍ਰੀਟਮੈਂਟ ਨਹੀਂ ਦਿੰਦੇ, ਉਹ ਟ੍ਰੀਟਮੈਂਟ ਦਿੰਦੇ ਆ। ਸਤਿ ਸ਼੍ਰੀ ਅਕਾਲ ਜੀ। ਹਕੀਕਤ ਟੀਵੀ ਪੰਜਾਬੀ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਕਾਸਿਫ ਫਾਰੂਕੀ। ਅੱਜ ਤੁਹਾਨੂੰ ਪੰਜਾਬ ਦੀ ਨਹੀਂ ਸਗੋਂ ਦੁਨੀਆ ਭਰ ਦੀ ਇੱਕ ਅਜਿਹੀ ਸ਼ਖਸੀਅਤ ਨਾਲ ਤੁਹਾਡਾ ਜਿਹੜੀ ਮੁਲਾਕਾਤ ਹੈ ਉਹ ਕਰਵਾਉਣ ਜਾ ਰਹੇ ਹਾਂ। ਉਹ ਸ਼ਖਸੀਅਤ ਜਿਨੇ ਹੁਣ ਤੱਕ ਆਪਣੀ ਜ਼ਿੰਦਗੀ ਦੇ ਲਗਭਗ 3 ਦਹਾਕੇ 30 ਸਾਲ ਲੋਕਾਂ ਦੀ ਸੇਵਾ ਦੇ ਵਿੱਚ ਲਗਾਤਾ ਔਰ ਅਜਿਹੀਆਂ ਜਿਹੜੀ ਰਿਸਰਚ ਹੈ ਸਿਹਤ ਸੰਬੰਧੀ ਉਹਨਾਂ ਨੇ ਕੱਢ ਕੇ ਦੁਨੀਆ ਦੇ ਸਾਹਮਣੇ ਲਿਆਂਦੀਆਂ ਕਿ ਜਿਸ ਨਾਲ ਇਸ ਵੇਲੇ ਪੂਰਾ ਵਰਲਡ ਜਿਹੜਾ ਉਹ ਹੈਰਾਨੀ ਦੀ ਹੱਦ ਤੱਕ ਗਿਆ ਹੋਇਆ। ਚਾਹੇ ਕੈਂਸਰ ਦਾ ਮਾਮਲਾ ਹੋਵੇ, ਅਸਥਮੇ ਦਾ ਮਾਮਲਾ ਹੋਵੇ, ਬ੍ਰੈਸਟ ਕੈਂਸਰ ਦਾ ਮਾਮਲਾ ਹੋਵੇ, ਜਾਂ ਫਿਰ ਜਿਹੜੀਆਂ ਕੁਦਰਤ ਨੇ ਸਾਨੂੰ ਜੜੀ ਬੂਟੀਆਂ ਦਿੱਤੀਆਂ ਹੋਈਆਂ ਨੇ, ਉਹਨਾਂ ਦੇ ਅਸੀਂ ਕਹਿ ਸਕਦੇ ਹਾਂ ਕਿ ਉਹਨਾਂ ਦੇ ਰਾਹੀਂ ਕਿਵੇਂ ਅਸੀਂ ਇੱਕ ਚੰਗੀ ਸਿਹਤ ਔਰ ਬਿਮਾਰੀਆਂ ਤੋਂ ਅਸੀਂ ਰਾਹਤ ਲੈ ਸਕਦੇ ਹਾਂ। ਇੱਕ ਸਿਹਤਮੰਦ ਸਰੀਰ ਹੈ, ਅਸੀਂ ਇਸ ਨਜ਼ਰੀਏ ਨਾਲ ਅੱਜ ਤੁਹਾਡੀ ਉਹਨਾਂ ਨਾਲ ਮੁਲਾਕਾਤ ਕਰਵਾਵਾਂਗੇ। ਹੁਣ ਤੱਕ ਅਨੇਕਾਂ ਥਾਵਾਂ ਦੇ ਉੱਤੇ ਕੌਮੀ ਤੇ ਕੌਮਾਂਤਰੀ ਪੱਧਰ ਤੇ ਸਿਹਤ ਨਾਲ ਸੰਬੰਧਿਤ ਆਪਣੇ ਪਰਚੇ ਪੜ੍ਹ ਚੁੱਕੇ ਨੇ, ਆਪਣੀਆਂ ਸਪੀਚਾਂ ਕਰਕੇ ਵੀ ਜਾਣੇ ਜਾਂਦੇ ਨੇ। ਮੇਰੀ ਮੁਰਾਦ ਅੱਜ ਡਾਕਟਰ ਜੋਗਿੰਦਰ ਟਾਈਗਰ ਹੋਰਾਂ ਕੋਲੋਂ ਹੈ। ਉਹਨਾਂ ਨਾਲ ਗੱਲਬਾਤ ਕਰਨ ਦੇ ਲਈ ਅਸੀਂ ਆਏ ਹਾਂ ਤਾਂ ਕਿ ਇੱਕ ਸਿਹਤਮੰਦ ਜਿਹੜੀ ਜ਼ਿੰਦਗੀ ਹੈ ਅਸੀਂ ਮਾਣ ਸਕੀਏ, ਉਹਨਾਂ ਦੇ ਤਜਰਬੇ ਦਾ ਅਸੀਂ ਫਾਇਦਾ ਲੈ ਸਕੀਏ। ਔਰ ਇਸ ਤੋਂ ਬਿਨਾਂ ਉਹਨਾਂ ਦੀ ਇੱਕ ਕਿਤਾਬ ਹੈ ਜਿਹੜੀ ਆ ਮੇਰੇ ਕੋਲ ਇਸ ਵੇਲੇ ਚੱਲ ਰਹੀ ਹੈ, ਮੇਰੇ ਕੋਲ ਪਈ ਹੈ, ਸਿਹਤ ਕੁਦਰਤ ਦਾ ਤੋਹਫਾ। ਉਹ ਇਸ ਕਰਕੇ ਵੀ ਇਹ ਕਾਫੀ ਚਰਚਾ ਦੇ ਵਿੱਚ ਆਏ ਹੋਏ ਨੇ ਔਰ ਉਹ ਕਹਿ ਰਹੇ ਨੇ ਕਿ ਜੋ ਉਹਨਾਂ ਦੀ ਰਿਸਰਚ ਹੈ, ਜੋ ਉਹਨਾਂ ਦਾ ਕੰਮ ਹੈਗਾ, ਉਹ ਦੁਨੀਆ ਭਰ ਦੀਆਂ ਜਿਹੜੀ ਕੁਦਰਤੀ ਸਿਹਤ ਨਾਲ ਸੰਬੰਧਿਤ ਇਲਾਜ ਹੈਗਾ ਉਹਨਾਂ ਦਾ ਮਿਕਸਚਰ ਹੈ। ਔਰ ਉਹ ਇੱਥੋਂ ਜਿਹੜੇ ਬਹੁਤ ਵੱਡੇ ਔਰ ਚੈਲੰਜਿੰਗ ਕੇਸ ਨੇ ਜਿਹੜੇ ਉਹ ਸਿਰਫ ਔਰ ਸਿਰਫ ਚੈਲੰਜਿੰਗ ਕੇਸ ਨੂੰ ਹੱਥ ਪਾਉਂਦੇ ਨੇ ਔਰ ਉਹਨਾਂ ਦਾ ਇਲਾਜ ਕਰਦੇ ਨੇ। ਗੱਲਬਾਤ ਸ਼ੁਰੂ ਕਰ ਲੈਣਾ। ਡਾਕਟਰ ਸਾਹਿਬ ਬਹੁਤ ਸਵਾਗਤ ਹੈ ਜੀ ਹਕੀਕਤ ਟੀਵੀ ਪੰਜਾਬੀ ਤੇ ਜੀ। ਤੁਸੀਂ ਸਮਾਂ ਦਿੱਤਾ, ਬਹੁਤ ਕੀਮਤੀ ਸਮਾਂ ਹੈ, ਇਸ ਲਈ ਵੀ ਤੁਹਾਡਾ ਬਹੁਤ ਸ਼ੁਕਰੀਆ ਜੀ। ਬਹੁਤ ਚੰਗਾ ਲੱਗਿਆ ਮੈਨੂੰ, ਤੁਹਾਡਾ ਆਉਣਾ ਹੀ ਚੰਗਾ ਲੱਗਿਆ ਕਿਉਂਕਿ ਤੁਸੀਂ ਇੱਥੇ ਆਏ ਹੋ
ਲੋਕਾਂ ਨਾਲ ਅਸੀਂ ਰੂਬਰੂ ਹੋਵਾਂਗੇ ਤੁਹਾਡੇ ਥਰੂ, ਜੀ। ਲੋਕ ਸਾਨੂੰ ਸੁਣਨਗੇ ਜੀ ਤੇ ਇਹ ਜਿਹੜੀਆਂ ਗੱਲਾਂ ਬਾਤਾਂ ਨੇ ਲੋਕਾਂ ਤੱਕ ਪਹੁੰਚਣਗੀਆਂ ਜੀ ਤੇ ਉਹਨਾਂ ਦੇ ਕੰਮ ਆਉਣਗੇ। ਜੀ ਡਾਕਟਰ ਸਾਹਿਬ, ਅਸੀਂ ਤੁਹਾਡੇ ਨਾਲ ਜਿਹੜੀ ਇਸ ਗੱਲਬਾਤ ਦੇ ਵਿੱਚ ਸਿਹਤ ਕਿਸ ਤਰੀਕੇ ਨਾਲ ਅਸੀਂ ਆਪਣੀ ਚੰਗੀ ਰੱਖ ਸਕਦੇ ਹਾਂ, ਲੋਕਾਂ ਨੂੰ ਜਿਹੜੀਆਂ ਜ਼ਿਆਦਾਤਰ ਬਿਮਾਰੀਆਂ ਚਾਹੇ ਹਾਰਟ ਨਾਲ ਸੰਬੰਧਿਤ ਹੋਣ ਜਾਂ ਫਿਰ ਉਹਨਾਂ ਦੇ ਅਸਥਮੇ ਨਾਲ ਦਮੇ ਨਾਲ ਸੰਬੰਧਿਤ ਹੋਣ, ਇਹ ਕਿਉਂ ਆਉਂਦੀਆਂ ਨੇ, ਇਸ ਬਾਬਤ ਅਸੀਂ ਤੁਹਾਡੇ ਕੋਲੋਂ ਲੋਕਾਂ ਦੇ ਨਾਲ ਥੋੜੀ ਮੁਲਾਕਾਤ ਕਰਾਵਾਂਗੇ। ਪਹਿਲਾਂ ਮੈਂ ਇਸ ਤੋਂ ਸ਼ੁਰੂ ਕਰ ਲੈਂਦਾ ਕਿ ਤੁਹਾਡੇ ਮੁਤਾਬਕ ਬਹੁਤ ਵੱਡੀ ਰਿਸਰਚ ਹੈ, ਤੁਸੀਂ ਦੁਨੀਆ ਨੂੰ ਹੈਰਾਨ ਕੀਤਾ ਹੋਇਆ ਇਸ ਵੇਲੇ ਆਪਣੀ ਕਿਤਾਬ ਦੇ ਨਾਲ, ਜਿਹੜੀ ਤੁਸੀਂ ਕਿਤਾਬ ਇਸ ਵੇਲੇ ਲਿਖੀ ਹੈ। ਚੰਗੀ ਸਿਹਤ ਦੀ ਪਰਿਭਾਸ਼ਾ ਤੁਹਾਡੇ ਮੁਤਾਬਕ ਕੀ ਹੈ? ਦੇਖੋ ਜੀ, ਦੁਨੀਆ ਦੇ ਵਿੱਚ ਜਦੋਂ ਤੁਸੀਂ ਗੱਲ ਕਰੋਗੇ, ਸਿਹਤ ਤੋਂ ਵੱਡਾ ਤੁਹਾਡਾ ਕੋਈ ਸਾਥੀ, ਜੇ ਤੁਹਾਡੀ ਚੰਗੀ ਸਿਹਤ ਨਹੀਂ ਤੁਹਾਡਾ ਸਾਥੀ ਕੋਈ ਨਹੀਂ ਜੀ। ਔਰ ਜੇ ਕਿਤੇ ਤੁਸੀਂ ਸਾਥੀ ਤੇ ਰਿਸ਼ਤੇਦਾਰ ਦੀ ਗੱਲ ਕਰਨੀ ਹੋਵੇ ਤਾਂ ਤੁਹਾਡੀ ਤੰਦਰੁਸਤੀ ਸਰੀਰ ਦੀ ਤੁਹਾਡਾ ਸਿਹਤ ਹੈ ਤੇ ਤੁਹਾਡੀ ਰਿਸ਼ਤੇਦਾਰੀ ਹੈ ਤੇ ਤੁਹਾਡਾ ਮਿੱਤਰ। ਸਿੰਪਲ, ਇਹਨੂੰ ਠੀਕ ਰੱਖਣਾ ਇਹ ਤੁਹਾਡੇ ਹੱਥ ਹੈ, ਕਿਉਂਕਿ ਕੁਦਰਤ ਕਿਸੇ ਨਾਲ ਵੀ ਬੇਇਨਸਾਫੀ ਨਹੀਂ ਕਰਦੀ। ਉਹਨੇ ਸਾਰੀ ਕਾਇਨਾਤ ਨੂੰ ਸਾਜਤਾ ਹੈ। ਹੁਣ ਕਾਇਨਾਤ ਨੂੰ ਜੇ ਕਿਤੇ ਭ੍ਰਿਸ਼ਟ ਤੇ ਦੁਸ਼ਟ ਤੁਸੀਂ ਕਰ ਰਹੇ ਹੋ, ਕੁਦਰਤ ਨਹੀਂ ਕਰਦੀ। ਜੇ ਤੁਸੀਂ ਸਿਹਤ ਨੂੰ ਚੰਗਾ ਰੱਖਣਾ ਹੈ ਤਾਂ ਕੀ ਕਰਨਾ ਹੈ, ਸਵੇਰੇ ਵੇਲੇ ਟਾਈਮ ਤੇ ਉੱਠੋ ਤੇ ਜਦੋਂ ਨੀਂਦ ਆਉਂਦੀ ਸੋ ਜਾਓ, ਵਕਤ ਸਿਰ ਆਪਣਾ ਖਾਣਾ ਖਾਓ। ਰਾਤ ਨੂੰ ਖਾਣਾ ਕਦੇ ਲੇਟ ਨਾ ਖਾਓ, ਲੇਟ ਖਾਣਾ ਨਾ ਖਾਓ, ਹਲਕਾ ਰਾਤ ਨੂੰ ਖਾਣਾ ਖਾਓ। ਸੀਜ਼ਨ ਦੀਆਂ ਸਬਜ਼ੀਆਂ ਉਹ ਖਾਓ ਤੇ ਸੀਜ਼ਨ ਦੇ ਫਲ ਫਰੂਟ ਜਿਹੜੇ ਨੇ ਤੁਹਾਡੇ ਲੋਕਲ ਉਹ ਖਾਓ। ਇਧਰੋਂ ਉਧਰੋਂ ਫਲ ਫਰੂਟ ਨਾ ਇਕੱਠੇ ਕਰੋ, ਜਿਵੇਂ ਅੱਜ ਕੱਲ੍ਹ ਦੇ ਸੋ ਕਾਲਡ ਲੱਗੇ ਹੋਏ ਨੇ, ਕੋਈ ਅਨਾਜ ਵੇਚ ਰਿਹਾ ਉਹਨਾਂ ਦੇ ਬਹਾਨੇ, ਕੋਈ ਫਰੂਟ ਦੇ ਪਲੇਟਾਂ ਖਵਾ ਰਿਹਾ ਤੁਹਾਨੂੰ। ਤੁਸੀਂ ਮੈਨੂੰ ਆਪਣੇ ਆਪ ਲੋਕ ਮੈਨੂੰ ਦੱਸਣ ਕਿ ਕੋਈ ਬੰਦਾ ਇਸ ਦੇ ਸਮਰਥਕ ਹੈ? ਸਾਡੇ ਖੇਤਾਂ 'ਚ ਕੰਮ ਕਰਦੇ ਆ ਲੋਕ, ਮਜ਼ਦੂਰ ਕੰਮ ਕਰਦੇ ਆ, ਮੇਰੇ ਕਿਸੇ ਮਜ਼ਦੂਰ ਨੇ ਕਦੇ ਫਰੂਟ ਨਹੀਂ ਖਾਧਾ, ਕਿਸੇ ਨੇ ਕਦੇ ਜਿੰਨੀ ਸਬਜ਼ੀ ਨਹੀਂ ਖਾਧੀ, ਇੱਧਰ ਉੱਧਰੋਂ ਜਿੰਨੀ ਕੁ ਹੁੰਦੀ ਆ ਖਾ ਲੈਂਦੇ ਨੇ, ਸਾਰੇ ਤੰਦਰੁਸਤ ਨੇ। ਕਿਉਂ ਨੇ? ਕੰਮ ਕਰਨ ਦਾ ਸੁਭਾਅ ਬਣਾਓ। ਸੈਰ ਕੋਈ ਚੀਜ਼ ਨਹੀਂ ਹੈਗੀ, ਤੁਸੀਂ ਜੋ ਕੰਮ ਕਰੋਗੇ ਸਾਰੀ ਕੋਈ ਯੋਗ ਚੀਜ਼ ਨਹੀਂ। ਜਦੋਂ ਕੰਮ ਕਰੋਗੇ ਐਕਸਰਸਾਈਜ਼ ਆਪਣੇ ਆਪ ਹੋਣੀ ਹੈ, ਸਾਹ ਤੁਹਾਨੂੰ ਖੁੱਲ੍ਹਾ ਹੋਣਾ ਹੈ। ਕੰਮ ਜਦੋਂ ਓਪਨ 'ਚ ਕਰੋਗੇ ਤੁਹਾਡਾ ਸਾਰਾ ਯੋਗ ਹੋ ਜਾਣਾ, ਤੁਹਾਡੀ ਬੋਡੀ ਫਿੱਟ ਹੋ ਜਾਣੀ ਹੈ। ਇਸ ਕਰਕੇ ਕੰਮ ਕਰਨ ਦੀ ਆਦਤ ਬਣਾਓ, ਸਮੇਂ ਸਿਰ ਉੱਠਣ ਦੀ ਆਦਤ ਬਣਾਓ, ਆਲਸੀ ਨਾ ਬਣੋ ਤੇ ਹਰ ਸੀਜ਼ਨ ਦੀਆਂ, ਹਰ ਰੁੱਤ ਦੀਆਂ ਸਬਜ਼ੀਆਂ ਜਿਹੀਆਂ ਵੀ ਮਿਲਦੀਆਂ ਉਹ ਖਾਓ। ਬਿਨਾਂ ਰੁੱਤ ਦੀ ਕੋਈ ਸਬਜ਼ੀ ਨਾ ਖਾਓ, ਇਹਨੂੰ ਬੈਟਰ ਹੈ ਚਟਨੀ ਨਾਲ ਰੋਟੀ ਖਾ ਲਓ। ਜੀ। ਤੇ ਡਾਕਟਰ ਸਾਹਿਬ, ਤੁਹਾਡੇ ਕੋਲ ਇੱਥੇ ਤੁਸੀਂ ਬੈਠੇ ਹੋ, ਤੁਹਾਡੇ ਕੋਲ ਦੁਨੀਆ ਭਰ ਦੇ ਵਿੱਚੋਂ ਅਜਿਹੇ ਮਰੀਜ਼ ਆਉਂਦੇ ਨੇ ਜਿਨ੍ਹਾਂ ਨੂੰ ਵੱਡੇ ਹਸਪਤਾਲ ਜਵਾਬ ਦੇ ਦਿੰਦੇ ਨੇ, ਤੇ ਇਸ ਵੇਲੇ ਜਿਹੜੇ ਜ਼ਿਆਦਾਤਰ ਲੋਕਾਂ ਨੂੰ ਕਿਹੜੀਆਂ ਬਿਮਾਰੀ, ਸਿਹਤ ਨਾਲ ਸੰਬੰਧਿਤ ਜਿਹੜੀਆਂ ਸਮੱਸਿਆਵਾਂ ਆ ਰਹੀਆਂ ਨੇ ਤੁਹਾਡੇ ਮੁਤਾਬਕ? ਦੇਖੋ, ਜੋ ਕੁਝ ਮੈਨੇ ਆਪਣੇ ਆਪ 'ਚ ਦੇਖਿਆ ਹੈ, ਕਿਉਂਕਿ ਇਸ ਕਰਕੇ ਮੈਂ ਐਲੋਪੈਥੀ ਦੇ ਉਲਟ ਨਹੀਂ, ਐਲੋਪੈਥੀ ਇੱਕ ਐਮਰਜੈਂਸੀ ਲਈ ਤੇ ਠਾਮੇ ਲਈ ਟ੍ਰੀਟਮੈਂਟ ਹੈ। ਉਹ ਕਿਸੇ ਬਿਮਾਰੀ ਨੂੰ ਕਿਉਰ ਕਰਨ ਲਈ ਟ੍ਰੀਟਮੈਂਟ ਨਹੀਂ ਹੈ। ਜੇ ਤੁਸੀਂ ਇਹ ਕਹੋ ਕਿ ਇੱਕ ਬਿਮਾਰੀ ਲੌਂਗ ਰਨ ਦੇ ਵਿੱਚ ਠੀਕ ਐਲੋਪੈਥੀ ਨਾਲ ਹੋ ਜੂ, ਕਿਉਂਕਿ ਉਹਨੇ ਇੱਕ ਬਿਮਾਰੀ ਨੂੰ ਠੀਕ ਕਰਨਾ 70 ਨੂੰ ਪੈਦਾ ਕਰ ਦੇਣਾ, ਕਿਉਂਕਿ ਐਲੋਪੈਥੀ ਇੱਕ ਸਿੰਥੈਟਿਕ ਸਿਸਟਮ ਹੈ। ਕੋਈ ਵੀ ਦੁਨੀਆ ਦੀ ਰਿਸਰਚ ਐਲੋਪੈਥੀ ਦੇ ਵਿੱਚ ਨਵੀਂ ਨਹੀਂ ਹੈ। ਜਿੰਨੀਆਂ ਟ੍ਰੈਡੀਸ਼ਨਲ ਚੀਜ਼ਾਂ ਨੇ, ਟ੍ਰੈਡੀਸ਼ਨਲ ਕੀ ਸੀ, ਪਹਿਲਾ ਬੰਦਾ ਜੰਗਲ 'ਚ ਰਹਿੰਦਾ ਸੀ, ਜੰਗਲ ਦੇ ਵਿੱਚੋਂ ਆਪਦੇ ਕੁਨਬੇ 'ਚ ਰਹਿਣ ਲੱਗ ਗਿਆ, ਕੁਨਬੇ ਦੇ ਵਿੱਚੋਂ ਪਿੰਡ 'ਚ ਰਹਿਣ ਲੱਗ ਗਿਆ, ਪਿੰਡ ਦੇ ਵਿੱਚੋਂ ਇੱਕ ਸਟੇਟ ਬਣ ਗਈ, ਸਟੇਟ ਤੋਂ ਇੱਕ ਕੰਟਰੀ ਬਣ ਗਿਆ, ਕੰਟਰੀ ਤੋਂ ਬਾਰਡਰ ਬਣ ਗਏ। ਉਹ ਡਿਵੈਲਪਮੈਂਟ ਕਿੱਥੋਂ ਹੋਈ? ਬੇਸਿਕ ਬੰਦੇ ਦੀ ਪਹਿਲੀ ਵਿਜ਼ਡਮ ਤੋਂ ਹੋਈ। ਠੀਕ ਹੈ, ਐਵੇਂ ਜਿੰਨੀ ਵੀ ਸਾਡੀ ਰਿਸਰਚ ਹੈਗੀ ਹੈ, ਟ੍ਰੈਡੀਸ਼ਨਲ ਚੀਜ਼ਾਂ ਨੂੰ ਇੱਕ ਬੰਦੇ ਜਿਹੜੇ ਨੇ ਟ੍ਰੈਡੀਸ਼ਨਲ ਟ੍ਰੀਟਮੈਂਟ ਨੇ ਸਾਡੇ, ਉਹ ਲੱਖਾਂ ਸਾਲਾਂ ਤੋਂ ਟ੍ਰੀਟਮੈਂਟ ਕਰਦੇ ਆ ਰਹੇ ਨੇ, ਉਹਨੂੰ ਲੱਭਦੇ ਆ ਰਹੇ ਨੇ। ਅਸੀਂ 10 ਦਿਨ 15 ਦਿਨ ਚੂਹਿਆਂ ਤੇ ਰਿਸਰਚ ਕਰਦੇ ਹਾਂ, ਕਦੇ 10 ਦਿਨ ਬਾਂਦਰਾਂ ਤੇ ਕਰਦੇ ਹਾਂ, ਕਿਉਂਕਿ ਬਾਂਦਰਾਂ ਵਰਗੀ ਸੋਚ ਰਿਹਾ, ਸਾਡੀ ਚੂਹੇ ਵਰਗੀ ਸੋਚ ਹੈ। ਅਸੀਂ ਕਹਿੰਦੇ ਸਾਇੰਸਦਾਨ ਦੀ ਰਿਸਰਚ ਕੀਤੀ ਹੈ। ਚੀਜ਼ਾਂ ਟ੍ਰੈਡੀਸ਼ਨਲ ਨੇ, ਜਿੰਨਾ ਉਹਨੂੰ ਸਿੰਥੈਟਿਕ ਬਣਾਈ ਜਾ ਰਹੇ ਅਸੀਂ, ਉਨੀ ਮਨੁੱਖ ਨੂੰ ਸਿੰਥੈਟਿਕ ਬਣਾਈ ਜਾ ਰਹੇ, ਉਨੀ ਬਿਮਾਰ ਕਰ ਰਹੇ। ਇਸ ਕਰਕੇ ਬਹੁਤੇ ਜ਼ਿਆਦਾ ਜਿਹੜੇ ਲੋਕ ਨੇ ਦਵਾਈਆਂ ਕਰਕੇ ਬਿਮਾਰ ਨੇ। ਜੇ ਦਵਾਈਆਂ ਦਾ ਇਸ ਤਰ੍ਹਾਂ ਦਾ ਪ੍ਰਚਾਰ ਨਾ ਹੋਵੇ, ਅਸੀਂ ਟੀਵੀ ਦੇ ਉੱਤੋਂ, ਡਾਕਟਰਾਂ ਦੇ ਉੱਤੋਂ, ਸਾਡੇ ਤਾਂ ਪੈਕੇਜ ਬਣੇ ਹੋਏ ਨੇ। ਅਸੀਂ ਮਨੁੱਖ ਨੂੰ ਦੱਸ, ਡਾਕਟਰ ਦਾ ਕੰਮ ਹੈ ਸੁਸਾਇਟੀ ਦੇ ਵਿੱਚ ਅਖਲਾਕੀ ਤੌਰ ਤੇ ਇੱਕ ਆਪਣੇ ਰੋਜੀ ਰੋਟੀ ਕਮਾ ਕੇ ਸੇਵਾ ਕਰਨੀ। ਡਾਕਟਰ ਨੂੰ ਰੋਜੀ ਰੋਟੀ ਦੀ ਵੀ ਲੋੜ ਹੈ। ਡਾਕਟਰ ਪੈਸੇ ਇਕੱਠੇ ਕਰਨ ਲਈ ਨਹੀਂ ਧਰਤੀ ਤੇ ਬਣਿਆ ਹੈ। ਡਾਕਟਰ ਦੁਨੀਆ ਦਾ ਸਭ ਤੋਂ ਵੱਡਾ ਸਾਧੂ ਹੈ। ਅਗਰ ਗੌਡ ਦੀ ਪਰਿਭਾਸ਼ਾ ਹੋਵੇ ਤਾਂ ਡਾਕਟਰ ਇਜ਼ ਏ ਗੌਡ। ਮੈਨੂੰ ਪਤਾ ਜਦੋਂ ਸਾਡੇ ਹੱਥਾਂ ਦੇ ਵਿੱਚ ਲੈ ਕੇ ਆਪਦੇ ਬੱਚਿਆਂ ਨੂੰ, ਆਪਦੀਆਂ ਧੀਆਂ ਨੂੰ, ਆਪਦੀਆਂ ਭੈਣਾਂ ਨੂੰ, ਆਪਦੀਆਂ ਮਾਵਾਂ ਨੂੰ ਲੋਕ ਸਾਨੂੰ ਦਿੰਦੇ ਨੇ, ਸੌਂਪਦੇ ਨੇ, ਕਿਹਨੂੰ ਸਮਾਉਂਦੇ ਨੇ, ਇਹਨੂੰ ਠੀਕ ਕਰ।
ਸਾਡੇ ਲਈ ਬਹੁਤ ਵੱਡੇ ਪ੍ਰਾਊਡ ਦੀ ਗੱਲ ਹੈ। ਪੈਸਾ ਇਕੱਠਾ ਕਰਕੇ ਕਿੱਥੇ ਜਾਵਾਂਗੇ? ਐਕਚੁਅਲੀ ਜਿਹੜਾ ਡਾਕਟਰੀ ਵਿਗਿਆਨ ਹੈ ਇਹ ਡਾਕਟਰੀ ਨਹੀਂ ਕਰ ਰਿਹਾ, ਪੈਸਾ ਇਕੱਠਾ ਕਰ ਰਿਹਾ। ਇਸ ਕਰਕੇ ਲੋਕ ਵੱਡੇ ਹਸਪੀਟਲਾਂ 'ਚ ਬਿਮਾਰ ਹੋ ਕੇ ਸਾਡੇ ਕੋਲ ਆਉਂਦੇ। ਅਸੀਂ ਕੁਝ ਨਹੀਂ ਕਰਦੇ ਜੀ ਜੀ ਅਸੀਂ ਕੁਝ ਕਰਦੇ ਹਾਂ। ਅਸੀਂ ਕੀ ਕਰਦੇ ਹਾਂ ਕਿ ਅਗਰ ਮੇਰੀ ਬੱਚੀ ਨੂੰ ਇਹ ਹੁੰਦਾ, ਮੇਰੀ ਵਾਈਫ ਨੂੰ ਇਹ ਹੁੰਦਾ, ਮੇਰੇ ਭਰਾ ਨੂੰ ਇਹ ਹੁੰਦਾ, ਮੇਰੇ ਬਾਪ ਨੂੰ ਇਹ ਹੁੰਦਾ, ਮੈਂ ਕੀ ਕਰਦਾ? ਇਹ ਚੀਜ਼ ਤੇ ਖੜੀ ਹੈ ਡਾਕਟਰੀ ਵਿਗਿਆਨ ਜੇ ਸਹੀ ਰੂਪ 'ਚ ਕਰੇ। ਇਸ ਕਰਕੇ ਇੱਥੋਂ ਰਿਜ਼ਲਟ ਮਿਲਦਾ। ਜੀ ਜੀ ਡਾਕਟਰ ਸਾਹਿਬ, ਇੱਕ ਤੁਹਾਡੀ ਬੜੀ ਵੱਡੀ ਰਿਸਰਚ ਹੈਗੀ ਹੈ, ਬਹੁਤ ਲੰਮੀ ਵੀ ਹੈ ਔਰ ਬਹੁਤ ਵੱਡੀ ਵੀ ਹੈ, ਔਰ ਹੁਣ ਤੱਕ ਜਿਹੜੇ ਉਹਦੇ ਨਤੀਜੇ ਨੇ ਕਾਫੀ ਹੱਦ ਤੱਕ ਸਟੀਕ ਬੈਠਦੇ ਨੇ। ਤੇ ਐਸਾ ਕੁਝ ਤੁਸੀਂ ਕੁਦਰਤ ਦੇ ਵਿੱਚ ਕੀ ਦੇਖਿਆ ਕਿ ਜਿਹੜਾ ਤੁਸੀਂ ਕੁਦਰਤ ਨੂੰ ਹੀ ਆਪਣੀ ਇਲਾਜ ਦਾ, ਟ੍ਰੀਟਮੈਂਟ ਦਾ ਔਰ ਲੋਕਾਂ ਨੂੰ ਠੀਕ ਕਰਨ ਦਾ ਤਰੀਕਾ ਅਪਣਾਇਆ? ਕੁਦਰਤ ਤੋਂ ਬਿਨਾਂ ਹੈ ਕੌਣ ਹੈ? ਮੈਨੂੰ ਇੱਕ ਵੀ ਬੰਦਾ ਸਾਇੰਸਦਾਨ ਦੁਨੀਆ ਦਾ, ਇੱਕ ਵੀ ਡਾਕਟਰ, ਇੱਕ ਵੀ ਫਿਲਾਸਫਰ, ਇੱਕ ਵੀ ਸੇਂਟ ਮੈਨੂੰ ਇਹ ਦੱਸਦੇ ਨੇਚਰ ਤੋਂ ਬਿਨਾਂ ਕੀ ਹੈ। ਜੇ ਜਿੰਨਾ ਕੁਛ ਅਸੀਂ ਇਹ ਕਿਤਾਬਾਂ ਨੇ, ਈਵਨ ਗ੍ਰੰਥ ਨੇ, ਬਿਲਡਿੰਗਾਂ ਨੇ, ਅਸੀਂ ਮੱਥੇ ਟੇਕਦੇ ਫਿਰਦੇ ਹਾਂ, ਇਹ ਕੋਈ ਮਾੜੀ ਚੀਜ਼ ਨਹੀਂ। ਪਰ ਇਹ ਬੈਰੀਕੇਡਸ ਨੇ ਕੁਦਰਤ ਦੇ ਵਿਚਕਾਰ। ਕੁਦਰਤ ਨਾਲ ਤਾਂ ਸਿੱਧਾ ਸੰਪਰਕ ਅਸੀਂ ਰੱਖਦੇ ਹੀ ਨਹੀਂ। ਹੁਣ ਦੇਖੋ, ਬਨਸਪਤੀ ਆਪਾਂ ਬੈਠੇ ਹਾਂ ਖੁੱਲੀ ਹਵਾ ਦੇ ਵਿੱਚ, ਅਸੀਂ ਪੌਣ ਪਾਣੀ ਬਸੰਤਰ ਦੀਆਂ ਗੱਲਾਂ ਤਾਂ ਕਰਾਂਗੇ, ਪਰ ਇਹ ਤਾਂ ਅਸੀਂ ਦੂਰ ਆ। ਬਿਲਡਿੰਗ ਦੇ ਵਿੱਚ ਥੋੜਾ ਪੌਣ ਪਾਣੀ ਹੈ। ਇੱਥੇ ਨੇਚਰ 'ਚ ਬੈਠੇ ਹਾਂ। ਨੇਚਰ 'ਚ ਸਾਡੇ ਕੋਲ ਕਿੰਨੀਆਂ ਚੀਜ਼ਾਂ ਲੱਗੀਆਂ ਨੇ। ਤੁਸੀਂ ਦੇਖੋ, ਲਾਨ ਹੈ, ਉਹ ਲਸਣ ਲੱਗਿਆ ਹੈ, ਉਹ ਪੁਦੀਨਾ ਲੱਗਿਆ ਹੈ, ਉਹ ਪਾਲਕ ਲੱਗੀ ਹੈ, ਉਹ ਮੇਥੀ ਲੱਗੀ ਹੈ, ਉਹ ਸਰੋਂ ਲੱਗੀ ਹੈ, ਪਰ ਉਹ ਗਾਜਰਾਂ ਲੱਗੀਆਂ ਨੇ ਹੈ, ਤੇ ਉਹ ਸੋਏ ਲੱਗੇ ਨੇ, ਉਹ ਹਾਲੋਂ ਲੱਗੀ ਹੈ, ਆ ਗੋਭੀ ਲੱਗੀ ਹੈ, ਆ ਪੱਤ ਗੋਭੀ ਹੈ, ਫੁੱਲ ਗੋਭੀ ਹੈ, ਬਸ ਉਹ ਲਸਣ ਹੈ। ਕਿੰਨੀਆਂ ਚੀਜ਼ਾਂ ਅਸੀਂ ਇੱਦਾਂ ਹੀ ਬੀਜੀਆਂ ਹੋਈਆਂ ਨੇ, ਔਰ ਇਹਨਾਂ 'ਚ ਕਦੇ ਅੱਜ ਤੱਕ ਅਸੀਂ ਨਾ ਗੰਦਾ ਪਾਣੀ ਪਾਇਆ, ਨਾ ਕਦੇ ਖਾਦ ਪਾਈ ਹੈ, ਨਾ ਕੀੜੇ ਮਾਰ ਦਵਾਈਆਂ ਪਾਈਆਂ ਜੀ। ਤਾਂ ਨੇਚਰ ਕਿਵੇਂ ਸਾਡੇ ਨਾਲ ਐਵੇਂ ਲੋਕਾਂ ਨਾਲ ਕਰਦੇ ਅਸੀਂ ਰੁੱਸੀ ਹੋਈ ਨੇਚਰ ਦਾ ਲੋਕਾਂ ਨੂੰ ਕੋਈ ਵੀ ਟ੍ਰੀਟਮੈਂਟ ਨਹੀਂ ਦਿੰਦੇ। ਉਹ ਟ੍ਰੀਟਮੈਂਟ ਦਿੰਦੇ ਆ ਜਿਹਨੂੰ ਧਰਤੀ ਮਾਂ ਤੇ ਕੁਦਰਤ ਹੱਸ ਕੇ ਗਰੋ ਕਰਦੀ ਹੈ, ਉਹੀ ਲੋਕਾਂ ਨੂੰ ਅਸੀਂ ਦਿੰਦੇ। ਵਾਹ ਜੀ ਵਾਹ। ਇਹੀ ਰੀਜ਼ਨ ਹੈ ਇੱਥੋਂ ਟ੍ਰੀਟਮੈਂਟ ਦਾ ਸਹੀ ਹੋਣਾ। ਮੈਂ ਬਾਹਰੋਂ ਕੋਈ ਵੀ ਸਿੰਥੈਟਿਕ ਚੀਜ਼ ਨਹੀਂ ਲੈਂਦਾ, ਨਾ ਹੀ ਮੈਂ ਕੋਈ ਜੜੀ ਬੂਟੀ, ਦਵਾਈਆਂ ਵਾਲੀ, ਇਨਸੈਕਟੀਸਾਈਡ ਵਾਲੀ, ਪੈਸਟੀਸਾਈਡ ਵਾਲੀ, ਫਰਟੀਲਾਈਜ਼ਰ ਵਾਲੀ ਯੂਜ਼ ਕਰਦਾ। ਜੀ 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 ਡਾਕਟਰ ਸਾਹਿਬ, ਤੁਹਾਡੀ ਕਿਤਾਬ ਬਾਰੇ ਬਹੁਤ ਮੈਨੂੰ ਕਿਤਾਬ ਦੇ ਵਿੱਚ ਬਹੁਤ ਖਜ਼ਾਨਾ ਅਸੀਂ ਕਹਿ ਸਕਦੇ ਹਾਂ ਕਿ ਮਨੁੱਖਤਾ ਦੀ ਸਿਹਤ ਲਈ ਬਹੁਤ ਵੱਡਾ ਖਜ਼ਾਨਾ ਹੈ ਕਿ ਕਿਸ ਤਰੀਕੇ ਨਾਲ ਇਹਨੂੰ ਯੂਜ਼ ਕਰਦਾ। ਇਹਦੇ ਬਾਬਤ ਵੀ ਮੈਂ ਤੁਹਾਡੇ ਨਾਲ ਗੱਲਬਾਤ ਕਰਾਂਗਾ। ਪਰ ਅੱਜ ਜਿਹੜੀ ਇੱਕ ਸਮੱਸਿਆ ਹੈਗੀ, ਕੈਂਸਰ ਦੀ ਸਮੱਸਿਆ ਜੀ ਡਾਕਟਰ ਸਾਹਿਬ, ਖਾਸ ਕਰਕੇ ਔਰਤਾਂ ਦੇ ਵਿੱਚ ਬ੍ਰੈਸਟ ਕੈਂਸਰ ਦੀ ਜਿਹੜੀ ਸਮੱਸਿਆ ਹੈ, ਕਿਸ ਨਜ਼ਰੀਏ ਨਾਲ ਤੁਸੀਂ ਇਸ ਸਾਰੇ ਸਿਨੈਰੀਓ ਨੂੰ ਦੇਖਦੇ ਹੋ? ਐਕਚੁਅਲੀ ਹੈ ਕੀ ਹੈ, ਦੇਖੋ ਸਾਡੀ ਬਾਡੀ ਦੇ ਵਿੱਚ ਬਾਤ, ਪਿੱਤ ਤੇ ਕਫ ਤਿੰਨ ਗੁਣ ਨੇ, ਤਿੰਨ ਹੀ ਔਗਣ ਨੇ, ਤਿੰਨ ਹੀ ਲੱਛਣ ਨੇ ਉਹਦੇ ਜੀ। ਜਿੰਨੇ ਜਦੋਂ ਤੋਂ ਇਹ ਬੈਲੈਂਸ 'ਚ ਰਹਿੰਦੇ ਨੇ, ਸਾਡੀ ਬਾਡੀ ਠੀਕ ਰਹਿੰਦੀ ਹੈ। ਜਦੋਂ ਇਹਨਾਂ ਦਾ ਬੈਲੈਂਸ ਵਿਗੜਦਾ ਹੈ, ਸਾਡੀ ਬਾਡੀ ਦਾ ਸੰਤੁਲਨ ਵਿਗੜ ਜਾਂਦਾ ਹੈ। ਹਾਈ ਬੈਲੈਂਸ ਦੀ ਐਲੀਮੈਂਟਸ ਦੀ ਬਾਡੀ ਬਣੀ ਹੈ, ਉਹਦੇ ਸੈਂਟੀਮੈਂਟਸ, ਇਮੋਸ਼ਨਸ, ਫੀਲਿੰਗਸ ਉਹ ਅੱਗੇ ਵੱਖਰੀ ਕੰਮ ਹੈ ਉਹ ਨੇ। ਪਰ ਉਹਨਾਂ ਦੇ ਵਿੱਚੋਂ ਬਾਤ, ਪਿੱਤ ਤੇ ਕਫ ਨਾਲ ਸਾਡੇ ਬਾਡੀ ਦਾ ਸਿਸਟਮ ਚੱਲਦਾ ਹੈ। ਜਦੋਂ ਇਹਨਾਂ ਦਾ ਬੈਲੈਂਸ ਸਹੀ ਰਹਿੰਦਾ ਹੈ ਤਾਂ ਮਨੁੱਖ ਸਹੀ ਰਹਿੰਦਾ। ਜਦੋਂ ਬੈਲੈਂਸ ਵਿਗੜਦਾ ਹੈ ਉਦੋਂ ਸਾਰਾ ਕੁਝ ਇਹਦਾ ਵਿਗੜ ਜਾਂਦਾ। ਹੁਣ ਕੈਂਸਰ ਦੇ ਵਿੱਚ ਕੀ ਹੁੰਦਾ ਹੈ, ਸਾਡੇ ਹਰੇਕ ਬਾਡੀ ਦੇ ਸੈੱਲ ਦੇ ਵਿੱਚ ਮੈਂਬਰੇਨਸ ਹੈ। ਉਹ ਕੀ ਹੁੰਦੇ ਜੀ? ਯਾਦਾਸ਼ਤ ਹੈ। ਕੱਲੀ ਯਾਦਾਸ਼ਤ ਬ੍ਰੇਨ 'ਚ ਨਹੀਂ, ਸੈੱਲਾਂ 'ਚ ਵੀ ਯਾਦਾਸ਼ਤ, ਔਰ ਬ੍ਰੇਨ ਦੀ ਸੈੱਲਾਂ ਕਰਕੇ ਹੀ ਯਾਦਾਸ਼ਤ ਬਣੀ ਹੋਈ ਹੈ ਜੀ। ਉਦੋਂ ਕੀ ਹੁੰਦਾ ਹੈ, ਸਾਡੀ ਜਿਹੜੀ ਵਹਾਅ ਹੈ ਬਾਡੀ ਦਾ, ਸਾਡੀ ਬਾਡੀ ਦੇ ਵਿੱਚ ਇੱਕ ਰਿਦਮ ਚੱਲਦਾ ਹੈ। ਉਹ ਰਿਦਮ ਦੇ ਨਾਲ ਹੀ ਮੈਂਬਰੇਨ ਸਾਡੀ ਬ੍ਰੇਨ ਨਾਲ ਜੁੜੀ ਹੁੰਦੀ ਹੈ। ਠੀਕ ਹੈ। ਕੀ ਹੁੰਦਾ ਹੈ, ਜਦੋਂ ਕਫ ਇਕੱਠਾ ਹੁੰਦਾ ਹੈ, ਪਿੱਤ ਪ੍ਰਕੋਪ ਹੋ ਜਾਂਦਾ, ਕਫ ਇਕੱਠਾ ਹੋ ਜਾਂਦਾ, ਉੱਥੇ ਸਰਕੂਲੇਸ਼ਨ ਰੁਕਣਾ ਸ਼ੁਰੂ ਹੋ ਜਾਂਦਾ। ਜਦੋਂ ਸਰਕੂਲੇਸ਼ਨ ਰੁਕਦਾ, ਉਹ ਮੈਂਬਰੇਨਸ ਬਾਡੀ ਦੀ ਉਸ ਥਾਂ ਦੇ ਉੱਤੋਂ, ਸਪੈਸੀਫਿਕ ਥਾਂ ਦੇ ਉੱਤੋਂ ਬੰਦ ਹੋਣ ਲੱਗ ਜਾਂਦੀ ਹੈ, ਮਰਨ ਲੱਗ ਜਾਂਦੀ ਹੈ, ਕਨੈਕਸ਼ਨ ਟੁੱਟ ਜਾਂਦਾ ਉਹਦਾ। ਉਹ ਕਿਉਂਕਿ ਕੋਸ਼ਕਾਵਾਂ ਨੇ ਬਣਨਾ ਹੈ ਤੇ ਮਰਨਾ ਹੈ। ਕੋਸ਼ਕਾਵਾਂ ਉੱਥੇ ਫਿਰ ਫਾਲਸ ਬਣੀ ਜਾਂਦੀਆਂ ਨੇ। ਉਹ ਫਾਲਸ ਕੋਸ਼ਕਾਵਾਂ ਕੀ ਕਰਦੀਆਂ, ਜਿਹੜੀ ਅਸੀਂ ਖੁਰਾਕ ਖਾਂਦੇ ਹਾਂ, ਉਹ ਮਰਦੀਆਂ ਤਾਂ ਹੈ ਨਹੀਂ, ਉਹ ਸਾਡੀ ਖੁਰਾਕ ਨੂੰ ਖਾਈ ਜਾਂਦੀਆਂ ਨੇ। ਉਸ ਖੁਰਾਕ ਨੂੰ ਖਾਂਦੇ ਨੇ, ਸਪੀਡ ਨਾਲ ਵੱਧਦੀਆਂ ਨੇ, ਉੱਥੇ ਕੈਂਸਰ ਡਿਵੈਲਪ ਹੋ ਜਾਂਦਾ। ਅਸੀਂ ਕੀ ਕਰਦੇ ਹਾਂ, ਉੱਥੇ ਪ੍ਰੋਪਰ ਸਰਕੂਲੇਸ਼ਨ ਨੂੰ, ਆਕਸੀਜਨ ਨੂੰ, ਜਿਹੜੇ ਐਂਟੀ ਆਕਸੀਡੈਂਟ ਦੀ ਗੱਲ ਕਰਦੇ ਹਾਂ, ਜਿੱਥੇ ਸਾਡੀ ਬਾਡੀ ਦੇ ਵਿੱਚ ਸਹੀ ਬਲੱਡ ਤੇ ਆਕਸੀਜਨ ਸਰਕੂਲੇਟ ਹੋ ਕੇ ਕੈਂਸਰ ਡਿਵੈਲਪ ਨਹੀਂ ਹੁੰਦਾ। ਅਸੀਂ ਉੱਥੇ ਅਸੀਂ ਸਰਕੂਲੇਸ਼ਨ ਨੂੰ ਆਪਣੀਆਂ ਦਵਾਈਆਂ ਤੇ ਜੜੀ ਬੂਟੀਆਂ ਨਾਲ ਭੇਜਦੇ। ਸਭ ਤੋਂ ਬਿਹਤਰੀਨ ਆਕਸੀਡੈਂਟ ਕਿਹੜਾ ਹੈ ਜੀ ਇਸ ਬਾਡੀ ਲਈ? ਬਿਹਤਰ ਲਈ ਸਾਡੇ ਵਿੱਚ ਇੱਥੇ ਦੇਖੋ, ਗਾਰਲਿਕ ਬੜਾ ਅੱਛਾ ਹੈ, ਪੁਦਨੀਵਾ ਬਹੁਤ ਅੱਛਾ ਹੈ, ਗੋਖਰੂ ਬੜਾ ਅੱਛਾ ਹੈ, ਗੋਰਖ ਮੁੰਡੀ ਬਹੁਤ ਅੱਛੀ ਹੈ, ਬ੍ਰਹਮ ਡੰਡੀ ਬਹੁਤ ਅੱਛੀ ਹੈ, ਖੁਦ ਕਾਲੀ ਮਿਰਚ ਬਹੁਤ ਅੱਛੀ ਹੈਗੀ ਹੈ। ਔਰ ਕਿੰਨੀ ਚੀਜ਼ਾਂ ਨੇ ਜਿਹੜੀਆਂ ਖੂਨ ਸਾਫ਼ ਕਰਦੀਆਂ ਹੈਗੀਆਂ। ਉਹਦੇ ਵਿੱਚ ਦੂਜੇ ਪਾਸੇ ਮਜੀਠ ਬੜੀ ਅੱਛੀ ਹੈਗੀ ਹੈ, ਪਿੱਤ ਪਾਪੜਾ ਬੜਾ ਅੱਛਾ ਹੈ। ਮਤਲਬ ਕਿੰਨੀ ਚੀਜ਼ਾਂ ਨੇ, ਸਬਜ਼ੀਆਂ ਦੇ ਵਿੱਚੋਂ ਨੇ, ਫਰੂਟਸ ਦੇ ਵਿੱਚੋਂ ਨੇ, ਲਗਭਗ ਧਰਤੀ ਦੇ ਵਿੱਚ 100s ਜਿਹੜੇ ਨੇ ਅੱਛੇ ਆਕਸੀਡੈਂਟ ਹੈਗੇ ਨੇ,
ਜਿਹੜੇ ਐਂਟੀਆਕਸੀਡੈਂਟ ਜੀ ਪਰ ਇਹਦੇ 'ਚ ਤੁਹਾਡੇ ਤੇ ਡਿਪੈਂਡ ਕਰਦਾ ਹੈ ਤੁਹਾਡੀ ਐਕਸਪੀਰੀਅੰਸ ਦੇ ਉੱਤੇ। ਮੈਨੂੰ ਹੁਣ 25 ਸਾਲ ਤਾਂ ਸੈਂਟਰ ਨੂੰ ਹੋ ਗਏ, ਜੀ 30 ਸਾਲ ਮੇਰੇ ਕੋਲ ਐਕਸਪੀਰੀਅੰਸ ਹੋ ਗਏ। ਜੀ ਪਹਿਲਾਂ ਮੈਂ 200-150 ਪੇਸ਼ੈਂਟ ਡੇਲੀ ਦੇਖਦਾ ਸੀ, ਹੁਣ ਕਰੋਨਾ ਕਰਕੇ ਗਵਰਨਮੈਂਟ ਦੀ ਸਖਤੀ ਕਰਕੇ ਅਪਾਇੰਟਮੈਂਟ ਤੇ 50 ਪੇਸ਼ੈਂਟ ਮੈਂ ਦੇਖਦਾ। ਸਾਰੇ ਮੇਰੇ ਕੋਲ ਚੈਲੰਜਿੰਗ ਪੇਸ਼ੈਂਟ ਹੀ ਆਉਂਦੇ ਨੇ, ਜਾਂ ਕੋਈ ਤੁਹਾਡੇ ਲੁਧਿਆਣਾ ਦੇ ਵੱਡੇ ਹਸਪੀਟਲਾਂ ਦਾ ਹੈ, ਜਾਂ ਕੋਈ ਦਿੱਲੀ ਦੇ ਹਸਪੀਟਲਾਂ ਦਾ ਹੈ, ਜਾਂ ਕੋਈ ਚੰਡੀਗੜ੍ਹ ਦੇ ਦਾ। ਜੀ ਜੀ ਤੇ ਖੁਦਾ ਦੀ ਰਹਿਮਤ ਨਾਲ ਜਿਹੜੇ ਬੰਦੇ ਵਾਕ ਨਹੀਂ ਕਰ ਸਕਦੇ, ਤੁਰ ਨਹੀਂ ਸਕਦੇ, ਤੁਰ ਕੇ ਜਾਂਦੇ ਨੇ ਤੇ ਵਾਕ ਕਰਦੇ ਵਾਹ ਜੀ ਵਾਹ, ਹੈ ਨਾ ਜੀ। ਮੈਨੂੰ ਤਾਂ ਬਸ ਇਹੀ ਚੀਜ਼ਾਂ ਦੀ ਖੁਸ਼ੀ ਹੈ, ਇਸੇ ਕਰਕੇ ਮੈਂ ਜੀ ਰਿਹਾ। ਜੀ ਜੀ ਡਾਕਟਰ ਸਾਹਿਬ, ਕੈਂਸਰ ਦੀ ਆਪਾਂ ਗੱਲ ਕਰ ਰਹੇ ਹਾਂ। ਜਦੋਂ ਬਾਡੀ ਦੇ ਵਿੱਚ ਜਿਸ ਤਰ੍ਹਾਂ ਕਦੀ ਤੁਸੀਂ ਹਲਚਲ ਦੱਸ ਰਹੇ ਹੋ ਕਿ ਭੁੱਲਣੇ ਜਿਹੜੇ ਸੈੱਲ ਨੇ ਉਹ ਭੁੱਲਣੇ ਸ਼ੁਰੂ ਹੋ ਜਾਂਦੇ ਨੇ, ਤੇ ਕੋਈ ਇਦਾਂ ਦੇ ਸੰਕੇਤ ਵੀ ਤੁਸੀਂ ਤਾਂ ਅੱਖਾਂ ਪੜ੍ਹ ਕੇ ਹੱਥ ਫੜ ਕੇ ਦੱਸ ਸਕਦੇ ਹੋ, ਆਮ ਇਨਸਾਨ ਨੂੰ ਕਿਵੇਂ ਪਤਾ ਲੱਗੇ ਕਿ ਮੇਰੇ ਸਰੀਰ ਦੇ ਵਿੱਚ ਜਿਹੜੀ ਕੈਂਸਰ ਦੀ ਸ਼ੁਰੂਆਤ ਹੋ ਚੁੱਕੀ ਹੈ? ਇਸ ਤਰ੍ਹਾਂ ਦਾ ਕੁਝ ਹੈ ਜਿਹੜਾ ਆਮ ਬੰਦਾ ਪਹਿਚਾਣ ਕਰ ਲਵੇ? ਕੈਂਸਰ ਦਾ ਦਰਅਸਲ ਜਲਦੀ ਪਹਿਲਾਂ ਤਾਂ ਪਤਾ ਹੀ ਨਹੀਂ ਲੱਗਦਾ। ਜਿਵੇਂ ਤੁਸੀਂ ਬ੍ਰੈਸਟ ਕੈਂਸਰ ਦੀ ਗੱਲ ਕੀਤੀ ਜੀ, ਜਾਂ ਹੋਰ ਕੈਂਸਰ ਦੀ ਗੱਲ ਕੀਤੀ ਜੀ, ਜਿੱਥੇ ਬਾਡੀ ਦੇ ਵਿੱਚ ਸਪੈਸੀਫਿਕ ਥੋੜੀ ਜਿਹੀ ਜਗ੍ਹਾ ਹੁੰਦੀ ਹੈ, ਉਸ ਜਗ੍ਹਾ ਦੇ ਵਿੱਚ ਜਦੋਂ ਸੈੱਲ ਇਹ ਫਾਲਸ ਡਿਵੈਲਪ ਹੋਣ ਲੱਗ ਜਾਂਦੇ ਨੇ, ਜੋ ਮਰਦੇ ਨਹੀਂ ਹੈਗੇ, ਤਾਂ ਉੱਥੇ ਇਹ ਹੋਰ એનર્ਜੀ ਨੂੰ ਸਪੀਡ ਨਾਲ ਖਾਂਦੇ, ਫਿਰ ਇਹ ਗਰੋ ਕਰਕੇ ਇਕੱਠੇ ਹੋ ਜਾਂਦੇ ਨੇ। ਫਿਰ ਉੱਥੇ ਕੀ ਹੁੰਦਾ, ਇੱਕ ਟਿਊਮਰ ਪੈਦਾ ਹੋ ਜਾਂਦਾ। ਉਹ ਟਿਊਮਰ ਦਾ ਅੱਗੇ ਫਰਦਰ ਹੈਗਾ ਕਿ ਉਹਦਾ ਕਿੰਨਾ ਇਫੈਕਟ ਹੋਇਆ ਮੈਂਬਰੇਨਸ ਦੇ ਉੱਤੇ, ਕਿੰਨਾ ਸਾਡੇ ਐਂਟੀਬਾਡੀਜ਼ ਨੇ ਉਹਦੇ ਨਾਲ ਕੰਮ ਕੀਤਾ, ਕਿੰਨਾ ਐਂਟੀਬਾਡੀਜ਼ ਦੀ ਪਕੜ ਦੇ ਵਿੱਚ ਹੈਗਾ। ਫਿਰ ਅੱਗੇ ਉਹ ਜਿਵੇਂ ਵਸਤ ਹੁੰਦਾ ਹੈ ਤਾਂ ਉਧਰ ਨੂੰ ਮੈਲਿਗਨੈਂਟ ਵੱਧ ਜਾਂਦਾ ਹੈ, ਨਹੀਂ ਉਹ ਬਨਾਈਨ ਹੁੰਦਾ। ਜੀ ਹਾਂ। ਤੇ ਫਿਰ ਆਮ ਲੋਕਾਂ ਨੂੰ ਕਿਵੇਂ ਪਤਾ ਲੱਗੇ ਜੀ, ਕਿਸੇ ਇੱਕ ਆਮ ਬੰਦੇ ਨੂੰ ਜਿਹਨੂੰ ਸ਼ੁਰੂਆਤ ਕੈਂਸਰ ਬਹੁਤੀ ਵਾਰੀ ਵੱਧਦੀ ਹੈ ਜੀ, ਉਦੋਂ ਪਤਾ ਲੱਗਦਾ ਹੈ। ਆਮ ਤਾਂ ਕੈਂਸਰ ਕੁਝ ਕਹਿੰਦੇ ਹੀ ਨਹੀਂ। ਜਿਵੇਂ ਹੁਣ ਲੀਵਰ ਕੈਂਸਰ ਹੈ, ਲੀਵਰ ਕੈਂਸਰ ਦਾ 10 ਸਾਲ ਤਾਂ ਵੈਸੇ ਹੀ ਨਹੀਂ ਪਤਾ ਲੱਗਦਾ ਲੀਵਰ ਐਡਾ ਹਾਰਡ ਔਨ ਕਿੰਨਾ ਹੈਗਾ। ਜਿਵੇਂ ਬ੍ਰੈਸਟ ਕੈਂਸਰ ਦੀ ਤੁਸੀਂ ਗੱਲ ਕੀਤੀ, ਬ੍ਰੈਸਟ ਕੈਂਸਰ ਦੇ ਵਿੱਚ ਬਹੁਤ ਸਾਡੇ ਡਾਕਟਰਾਂ ਨੇ ਭੜਕਾਏ ਹੋਏ ਲੋਕ ਨੇ। ਮੇਰੇ ਕੋਲ ਇੰਨੇ ਕੈਂਸਰ ਆਉਂਦੇ ਨੇ, ਇੰਨੇ ਪੇਸ਼ੈਂਟ ਆਉਂਦੇ ਨੇ ਬ੍ਰੈਸਟ ਦੇ, ਮੈਨੂੰ ਲੱਗਦਾ ਹਾਰਡਲੀ 1 ਤੋਂ 5% ਬ੍ਰੈਸਟ ਕੈਂਸਰ ਹੁੰਦਾ। 95% ਜਿਹੜੇ ਨੇ ਬਨਾਈਨ ਹੁੰਦੇ ਨੇ, ਉਹ ਗਿਲਟੀਆਂ ਹੁੰਦੀਆਂ, ਤੇ ਉਹ ਖੁੱਲ ਜਾਂਦੀਆਂ ਨੇ। ਗਿਲਟੀਆਂ ਕੈਂਸਰ ਨਹੀਂ ਹੁੰਦੀਆਂ ਜੀ? ਨਹੀਂ ਜੀ, ਇੱਕ ਨਾਨ ਕੈਂਸਰਸ ਹੁੰਦੀਆਂ ਨੇ, ਕੈਂਸਰਸ ਹੁੰਦੀਆਂ ਨੇ। ਜਿਹੜੀ ਕੈਂਸਰਸ ਗਿਲਟੀ ਹੈਗੀ ਹੈ ਉਹ ਕੈਂਸਰਸ ਹੈਗੀ ਹੈ, ਦੂਜੀ ਜਿਹੜੀ ਹੈਗੀ ਹੈ ਗਿਲਟੀ ਉਹ ਬਨਾਈਨ ਹੈ, ਮਤਲਬ ਉਹ ਨਾਨ ਕੈਂਸਰਸ ਹੈ, ਇੱਕ ਕੈਂਸਰਸ ਹੈ। ਜੀ ਜੀ, ਜਿਹਨੂੰ ਕੈਂਸਰਸ ਨੂੰ ਕਾਰਸੀਨੋਮਾ ਵੀ ਕਹਿੰਦੇ ਨੇ। ਜੀ ਜੀ ਡਾਕਟਰ ਸਾਹਿਬ, ਫਿਰ ਉਹਨੂੰ ਮੈਲਿਗਨੈਂਟ ਵੀ ਕਹਿੰਦੇ ਨੇ। ਅੱਛਾ ਜੀ ਜੀ ਜੀ। ਤੇ ਡਾਕਟਰ ਸਾਹਿਬ, ਫਿਰ ਜਿਹੜਾ ਕੈਂਸਰ ਹੈ, ਅਗਰ ਆਪਾਂ ਇਸ ਦੀ ਗੱਲ ਕਰੀਏ, ਜ਼ਿਆਦਾਤਰ ਹਸਪਤਾਲਾਂ ਦੇ ਵਿੱਚੋਂ ਜਦੋਂ ਕੋਈ ਰਿਪੋਰਟ ਕਰਵਾਉਣ ਜਾਂਦਾ ਤੇ ਡਾਕਟਰ ਤਾਂ ਹਮੇਸ਼ਾ ਹੀ ਕਹਿ ਦਿੰਦੇ ਜੀ ਕਿ ਆਖਰੀ ਸਟੇਜ ਹੈ, 4th ਸਟੇਜ ਹੈ। ਇਹ ਕੀ ਕਾਰਨ ਹੈ? ਉਹ ਇਹਦੇ ਰੀਜ਼ਨ ਨੇ ਜੀ। ਹਾਂ, 4th ਸਟੇਜ ਤੇ ਵੀ ਹੁੰਦਾ ਹੈ, ਐਦਾਂ ਹੁੰਦਾ ਹੈ। ਦੇਖੋ, ਸਟਾਰਟਿੰਗ ਦੇ ਵਿੱਚ ਜਿਹੜਾ, ਜਿਵੇਂ ਤੁਸੀਂ ਮੇਰੇ ਨਾਲ ਬ੍ਰੈਸਟ ਕੈਂਸਰ ਦੀ ਕੀਤੀ, ਬ੍ਰੈਸਟ ਕੈਂਸਰ ਹੈ ਕੀ ਹੈ? ਜੀ ਜੀ। ਬ੍ਰੈਸਟ ਕੈਂਸਰ ਬਹੁਤੀ ਵਾਰੀ ਤਾਂ ਇਹ ਹੁੰਦਾ ਹੈਗਾ, ਇਹ ਆਮ ਜ਼ਿਆਦਾ ਜਿਹੜਾ ਹੈਗਾ 18 ਤੋਂ 20 ਸਾਲ ਦੇ ਜਿਹੜੇ ਲੜਕੀਆਂ ਨੂੰ ਹੁੰਦਾ ਕੈਂਸਰ, ਉਹ ਜਿਹਨੂੰ ਅਸੀਂ ਕਹੀ ਜਾ ਰਹੇ ਹਾਂ, ਉਹ ਮੋਸਟਲੀ ਗਿਲਟੀਆਂ ਹੁੰਦੀਆਂ ਨੇ, ਮੈਲਿਗਨੈਂਟ ਨਹੀਂ ਹੁੰਦਾ ਹੈ। ਜੀ। ਉਹ ਜਿਹੜਾ ਇਹ ਕੈਂਸਰ ਹੁੰਦਾ ਕੀ ਹੈਗਾ, ਜਦੋਂ ਦੁੱਧ ਪਿਉਣ ਵਾਲੀਆਂ ਮਾਵਾਂ ਨੇ, ਉਹਨਾਂ ਦੇ ਨਾ ਇੱਥੇ ਬ੍ਰੈਸਟ ਦੇ ਵਿੱਚ ਕੀ ਹੁੰਦਾ ਹੈ, ਮਿਲਕ ਜਿਹੜੀਆਂ ਹੈਗੀਆਂ ਵੇਨਸ ਹੁੰਦੀਆਂ ਨੇ, ਗਲਾਈਂਡਸ ਨੇ। ਮਿਲਕ ਗਲਾਈਂਡਸ ਤੋਂ ਇੱਕ ਪਾਸੇ ਬਲੱਡ ਦੀਆਂ ਵੈਸਲ ਜਾਂਦੀਆਂ ਨੇ, ਇੱਕ ਪਾਸੇ ਮਿਲਕ ਦੀਆਂ, ਉਹ ਮਾਂ ਦੇ ਨਿਪਲ 'ਚ ਆਉਂਦੀਆਂ। ਉਹ ਜਦੋਂ ਕੀ ਹੁੰਦਾ, ਉਹਦੀ ਸਰਕੂਲੇਸ਼ਨ ਬਲੱਡ ਦੀ ਨਿਪਲ ਵਾਲੀ ਦੇ ਥੱਲੇ ਦੁੱਧ ਵਾਲੀ ਰੁਕਦੀ ਹੈ, ਉਹ ਦੁੱਧ ਉੱਥੇ ਡਿਪੋਜ਼ਿਟ ਹੋਣ ਲੱਗ ਜਾਂਦਾ। ਡਿਪੋਜ਼ਿਟ ਹੋਣ ਨਾਲ ਉੱਥੇ ਮਿਲਕ ਰੁਕਣ ਦੇ ਨਾਲ ਉੱਥੇ ਬਲੱਡ ਰੁਕਣ ਲੱਗ ਜਾਂਦਾ, ਉਹ ਗਿਲਟੀ ਡਿਵੈਲਪ ਹੋ ਜਾਂਦੀ ਹੈ। ਉਹ ਗਿਲਟੀ ਦੀ ਡਿਵੈਲਪਮੈਂਟ ਦੇ ਵਿੱਚੋਂ ਉਹ ਅੱਗੇ ਦੀ ਅੱਗੇ ਗਿਲਟੀ ਥੋੜ੍ਹੀ ਬਹੁਤੀ ਵੱਧਦੀ ਹੈ। ਉਹਦੇ 'ਚ ਉਹਦੀ ਪਛਾਣ ਕੀ ਹੁੰਦੀ ਹੈਗੀ ਹੈ ਕਿ ਜੇ ਤਾਂ ਗਿਲਟੀ ਗੋਲ ਹੈ, ਉਹਨੂੰ ਫੜ ਕੇ ਤੁਸੀਂ ਦੇਖਦੇ ਹੋ, ਦੱਬ ਕੇ ਦੇਖਦੇ ਹੋ, ਉਹ ਦਬ ਜਾਂਦੀ ਹੈ, ਫਿਰ ਮੁੜ ਕੇ ਉੱਥੇ ਆ ਜਾਂਦੀ ਹੈ। ਉਹਨੂੰ ਹਿਲਾਉਣ ਨਾਲੇ ਦੁੱਧ ਹਿਲਦੀ ਹੈ। ਉਹ 100% ਜਿਹੜੀ ਹੈ ਬਨਾਈਨ ਹੁੰਦੀ ਹੈ, ਕੈਂਸਰ ਨਹੀਂ ਹੁੰਦੀ। ਵੈਸੇ ਜੋ ਮੈਂ ਆਪਦੇ ਐਕਸਪੀਰੀਅੰਸ 'ਚ ਦੇਖਿਆ, ਤੁਸੀਂ ਔਰਤ ਦੀ ਬੋਡੀ ਨੂੰ ਸੈਂਟਰ ਪਾਰਟ 'ਚ ਵੰਡ, ਉਦੋਂ ਅੱਗੇ ਜਿਹੜੀ ਉਹਦੀ ਬ੍ਰੈਸਟ ਹੈ ਉਹਨੂੰ ਵੀ ਸੈਂਟਰ ਪਾਰਟ 'ਚ ਵੰਡ ਦਿਓ। ਜਿਹੜੀਆਂ ਬ੍ਰੈਸਟ ਦੇ ਇਨਰ ਸਾਈਡ ਜਿੰਨੀਆਂ ਮੈਂ ਅੱਜ ਤੱਕ ਗਿਲਟੀਆਂ ਦੇਖੀਆਂ ਨੇ, ਉਹਦੇ ਵਿੱਚੋਂ ਮੈਂ ਸ਼ਾਇਦ ਹੀ ਕੋਈ ਕੈਂਸਰਸ ਗਿਲਟੀ ਦੇਖੀ ਹੋਵੇ। ਜਿਹੜੀਆਂ ਕੈਂਸਰਸ ਗਿਲਟੀਆਂ ਨੇ ਆਊਟਰ ਸਾਈਡ ਹੁੰਦੀਆਂ। ਆਊਟਰ ਸਾਈਡ। ਅੱਛਾ, ਇੱਕ ਦੂਜੀ ਗੱਲ ਇਹ ਹੁੰਦੀ, ਜਦੋਂ ਜਿਹੜੀ ਕੈਂਸਰਸ ਗਿਲਟੀ ਹੈਗੀ ਹੈ ਉਹ ਜਕੜ 'ਚ ਰਹਿੰਦੀ ਹੈ, ਸਕਿਨ ਦੀ 'ਚ। ਇੱਕ ਕੈਂਸਰਸ ਗਿਲਟੀ ਦੇ ਟਾਈਮ ਸਕਿਨ ਦਾ ਕਲਰ ਬਦਲ ਜਾਂਦਾ ਹੈ। ਇਹ ਨਿਪਲ ਜਿਹੜਾ ਕਈ ਵਾਰੀ ਵਿੰਗਾ ਟਿੰਗਾ ਹੋ ਜਾਂਦਾ, ਕਈ ਵਾਰੀ ਨਿਪਲ ਅੰਦਰ ਨੂੰ ਚਲਾ ਜਾਂਦਾ ਹੈ। ਉਹ ਜੇ ਥੋੜਾ ਜਿਹਾ ਚਾਂਸ ਦੇ ਵਿੱਚ, ਬਹੁਤ ਘੱਟ ਚਾਂਸ ਹੁੰਦੇ ਨੇ। ਇਹ 1 ਤੋਂ 5% ਚਾਂਸਸ ਹੁੰਦੇ ਨੇ, ਉਹ ਵੀ ਦੂਜੀ ਤੀਜੀ ਸਟੇਜ 'ਚ ਜਾ ਕੇ, ਚੌਥੀ ਸਟੇਜ 'ਚ। ਪਹਿਲੀ ਸਟੇਜ 'ਚ ਨਿਪਲ ਅੰਦਰ ਜਾਂਦਾ ਵੀ ਨਹੀਂ ਹੈ। ਉਹ ਪਹਿਲੀ ਸਟੇਜ ਦਾ ਜਿਹੜਾ ਕੈਂਸਰ ਹੈਗਾ, ਜਿਹਨੂੰ ਹੋਵੇ ਵੀ ਜੇ ਕੈਂਸਰ, ਉਹ ਦਵਾਈਆਂ ਨਾਲ ਹੀ ਖੁਰਖਰ ਜਾਂਦਾ ਹੈ। ਉਹਦੇ 'ਚ ਕੀਮੋਥੈਰੇਪੀ ਦੀ ਲੋੜ ਨਹੀਂ ਹੁੰਦੀ, ਡਾਕਟਰ ਦੇਖਦੇ ਚਾਹੇ ਕੁਝ ਕਰਨ। ਉਹ ਕਿਉਂਕਿ ਉਹ ਜਿਹੜਾ ਜਿੱਥੇ ਡਿਪੋਜ਼ਿਟ ਹੋਇਆ ਹੁੰਦਾ ਹੈ, ਉੱਥੇ ਐਂਟੀਆਕਸੀਡੈਂਟ ਜਿਹੜੇ ਨੇ ਉਹਨੂੰ ਖੋਰ ਲੈਂਦੇ ਨੇ, ਉੱਥੇ ਸਰਕੂਲੇਸ਼ਨ ਬਲੱਡ ਦਾ
ਆਕਸੀਜਨ ਦਾ ਸਹੀ ਹੋ ਜਾਂਦਾ ਹੈ। ਜਦੋਂ ਵੇਨ ਖੁੱਲੀਆਂ ਆਪਦੇ ਬਲੱਡ ਸਹੀ ਜਾ ਰਿਹਾ ਹੈ ਤਾਂ ਬੋਡੀ ਦੇ ਐਂਟੀਬਾਡੀਜ਼ ਨਾਲ ਕੰਮ ਕਰਦੇ ਨੇ, ਕਿਉਂ ਹੋ ਜਾਂਦਾ ਜੀ। ਪਰ ਡਾਕਟਰ ਸਾਹਿਬ ਪਰ ਤੁਸੀਂ ਉਦੋਂ ਖਤਰਨਾਕ ਇਹ ਉਦੋਂ ਹੁੰਦਾ ਹੈ ਜਦੋਂ ਇਹ ਆਊਟਸਾਈਡਰ ਹੋਵੇ, ਇੱਕ ਚਪਟਾ ਹੋਵੇ, ਇੱਕ ਜਦੋਂ ਅਸੀਂ ਉਹਨੂੰ ਚੈੱਕ ਕਰਦੇ ਹਾਂ ਸਕਿਨ ਨਾਲ ਜੁੜਿਆ ਹੋਇਆ ਹੋਵੇ ਜੀ। ਜੜ੍ਹਾਂ ਵਾਂਗੂ ਜੀ ਇੱਕ ਕਈ ਵਾਰੀ ਇਹ ਵੇਨ ਜਿਹੜੀ ਸਾਡੀ ਆਰਮਪਿਟ ਹੈਗੀ ਹੈ ਜੀ ਇੱਧਰ ਚੱਲ ਜੇ ਜਾਂ ਆਰਮਪਿਟ ਥੱਲੇ ਜੇ ਗਿਲਟੀ ਹੋਵੇ ਲਗਭਗ ਬਣੀ ਹੋਈ, ਕਈ ਵਾਰੀ ਨੈਕ 'ਚ ਵੀ ਬਣ ਜਾਂਦੀ, ਆਰਮਪਿਟ 'ਚ ਬਣ ਜਾਂਦੀ, ਉਦੋਂ ਲਗਭਗ ਚਾਂਸਸ ਹੁੰਦੇ ਨੇ ਕਿ ਇਸ ਔਰਤ ਨੂੰ ਕੈਂਸਰ ਇਹ ਜਿਹੜੀ ਹੈਗੀ ਹੈ ਕਾਰਸੀਨੋਮਾ ਉਹਦੀ ਇਹ ਗਿਲਟੀ। ਜੀ 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 ਉਂਝ ਲਗਭਗ ਜੋ ਮੈਂ ਦੇਖਿਆ ਗਿਆ 95% ਜਿਹੜੀਆਂ ਗਿਲਟੀਆਂ ਨੇ ਈਵਨ ਮੋਰ ਦੈਨ 95% ਉਹ ਕੈਂਸਰਸ ਨਹੀਂ ਹੁੰਦੀਆਂ। ਉਹ ਜ਼ਿਆਦਾ ਅਸੀਂ ਉਲਝਾਇਆ ਹੋਇਆ ਹੈ ਆਪਦੇ ਲਾਲਚ ਦੇ ਮਾਰੇ, ਤੇ ਦੁੱਖ ਦੀ ਗੱਲ ਹੈ ਸਾਡੇ ਸਾਰੇ ਲਈ। ਜੀ ਜੀ ਤੇ ਫਿਰ ਡਾਕਟਰ ਸਾਹਿਬ ਇੱਕ ਬਹੁਤ ਵੱਡਾ ਸਵਾਲ ਇੱਥੇ ਇਹ ਹੈ ਕਿ ਪਹਿਲਾਂ ਅਸੀਂ ਕਦੇ-ਕਦੇ ਸੁਣਦੇ ਹੁੰਦੇ ਸੀ ਕਿ ਬ੍ਰੈਸਟ ਕੈਂਸਰ ਕਿਸੇ ਔਰਤ ਨੂੰ ਹੋ ਗਿਆ, ਤੇ ਅੱਜ ਦੇ ਟਾਈਮ ਤੇ ਇੰਨੇ ਜ਼ਿਆਦਾ ਕੇਸਿਸ, ਇੰਨੇ ਜ਼ਿਆਦਾ ਪੇਸ਼ੈਂਟ ਸਾਹਮਣੇ ਆ ਰਹੇ ਨੇ ਕਿ ਸਾਡੇ ਹਸਪਤਾਲਾਂ ਦੇ ਵਿੱਚ ਚਾਹੇ ਪ੍ਰਾਈਵੇਟ ਹੋਣ ਸਰਕਾਰੀ ਹੋਣ, ਕੈਂਸਰ ਡਿਪਾਰਟਮੈਂਟ ਹੀ ਅੱਡ ਬਣਾ ਦਿੱਤੇ ਗਏ ਨੇ, ਹਸਪਤਾਲ ਖੁੱਲ ਰਹੇ ਨੇ ਵੱਡੇ-ਵੱਡੇ। ਉਹਦਾ ਤੁਸੀਂ ਬਹੁਤ ਅੱਛੀ ਗੱਲ ਕੀਤੀ, ਇਹ ਗੱਲ ਦੀ ਲੋੜ ਵੀ ਸੀ, ਜ਼ਰੂਰਤ ਵੀ ਸੀ ਇਹ ਗੱਲ ਕਰਨ ਦੀ। ਐਕਚੁਅਲੀ ਕੀ ਹੈਗਾ, ਸਾਡੀਆਂ ਪਹਿਲੀ ਗੱਲ ਤਾਂ ਸਾਡੇ ਘਰਾਂ ਦੇ ਵਿੱਚ ਜਿਹੜੀਆਂ ਲੇਡੀਜ਼ ਕੰਮ ਕਰਦੀਆਂ ਸੀ, ਹੁਣ ਜਿਵੇਂ ਲੇਡੀਜ਼ ਪਹਿਲਾਂ ਕੀ ਕਰਦੀਆਂ ਸੀ, ਘਰੇ ਦਾਲ ਬੇਸਣ ਆ ਪੀਂਦੀਆਂ ਸੀ, ਚੱਕੀ ਚੱਲਦੀ ਸੀ ਜੀ, ਦੂਜੇ ਹੱਥ ਨਾਲ ਵੀ ਚੱਲਦੀ ਸੀ, ਫਿਰ ਐਂ ਚੱਲਦੀ ਸੀ, ਜਦੋਂ ਹੱਥ ਥੱਕ ਜਾਂਦੇ ਸੀ ਉਦੋਂ ਕੀ ਸੀਗੀ, ਪੂਰੀ ਬ੍ਰੈਸਟ ਦੀ ਕੀ ਹੋ ਰਹੀ ਹੈ, ਐਕਸਰਸਾਈਜ਼ ਹੋ ਰਹੀ ਹੈ। ਜਦੋਂ ਐਕਸਰਸਾਈਜ਼ ਹੋ ਰਹੀ ਹੈ ਤਾਂ ਸਾਰੀਆਂ ਵੇਨਸ ਜਿਹੜੀਆਂ ਸਰਕੂਲੇਸ਼ਨ 'ਚ ਨੇ, ਸਾਰੀਆਂ ਵੇਨਸ ਦੇ ਵਿੱਚ ਜੇ ਕਿਤੇ ਰੁਕਾਵਟ ਵੀ ਮਾੜੀ ਮੋਟੀ ਖੁੱਲ ਜਾਣੀ ਹੈ। ਸਾਡਾ ਇੱਕ ਤਾਂ ਕੰਮ ਜਿਹੜਾ ਫਿਜ਼ੀਕਲ ਵਰਕ ਹੈ ਅਸੀਂ ਖਤਮ ਕਰ ਲਿਆ, ਦੂਜਾ ਅਸੀਂ ਉਹ ਖੁਰਾਕਾਂ ਖਾਣੀਆਂ ਸ਼ੁਰੂ ਕਰ ਲਈਆਂ, ਟਿੰਡ ਪੈਕ, ਪੀਜ਼ਾ, ਬਰਗਰ, ਬੇਮਤਲਬ ਪਨੀਰ ਸਿੰਥੈਟਿਕ ਕਰ ਰਿਹਾ ਸਾਰਾ। ਕਿੰਨੀ ਸਾਡਾ ਜਿਹੜਾ ਰਿਫਾਈਨਡ ਆਇਲ ਹੈ ਇਹ ਸਭ ਤੋਂ ਹੀ ਖਤਰਨਾਕ ਹੈ। ਡਿਪੋਜ਼ਿਟ ਹੀ ਜਿੰਨਾ ਕੁਝ ਹੁੰਦਾ ਰਿਫਾਈਨਡ ਆਇਲ ਕਰਕੇ ਹੁੰਦਾ, ਕਿਉਂਕਿ ਇਹਨੂੰ 300 ਡਿਗਰੀ ਤੇ ਵਾਲਿਆ ਜਾਂਦਾ ਹੈ, ਜਦੋਂ ਇਹ ਸਲੋ ਬਾਡੀ ਦੇ ਟੈਂਪਰੇਚਰ 'ਚ ਜਾਂਦਾ ਉਦੋਂ ਇਹ ਡਿਪੋਜ਼ਿਟ ਕਰਦਾ, ਕਿਉਂਕਿ ਇਹਦੀ ਗਲੇਜ਼ ਲੇਅਰ ਜਿਹੜੀ ਸਾੜੀ ਜਾਂਦੀ ਹੈ, ਹੋਰ ਕੰਮ ਕੋਈ ਨਹੀਂ। ਹਾਰਟ ਅਟੈਕ ਵੀ ਇਹਦਾ ਰੀਜ਼ਨ ਇਹੀ ਨੇ, ਸਾਡੇ ਗੋਡਿਆਂ ਦੇ ਕਾਰਨ ਵੀ ਇਹੀ ਨੇ, ਸਾਰਾ ਰੀਜ਼ਨ ਇਹੀ ਹੈਗਾ। ਜੇ ਤੁਸੀਂ ਪਹਿਲਾਂ ਸਾਡਾ ਟ੍ਰੈਡੀਸ਼ਨਲ ਆਇਲ ਉਹ ਖੋਲਿਆ ਸਾਤੋਂ, ਅਸੀਂ ਸਿਆਣਪ ਨਾਲ, ਸਾਡੇ ਸਾਇੰਸਦਾਨ ਇਹੀ ਕੰਮ ਕਰਦੇ ਨੇ, ਸਾਡਾ ਦੇਸੀ ਕੀ ਖੋਲਿਆ, ਸਾਡੇ ਘਰਾਂ ਦੇ ਵਿੱਚੋਂ ਮਸ਼ੀਨਾਂ ਖੋਲੀਆਂ, ਸਾਡੀਆਂ ਚੱਕੀਆਂ ਖੋਈਆਂ ਗਈਆਂ, ਸਾਰਾ ਕੁਝ ਕੀ ਕੀਤਾ, ਟੀਵੀ ਨੇ ਲੈ ਲਿਆ। ਹੁਣ ਕੀ ਔਰਤਾਂ ਕਰਦੀਆਂ ਸਾਡੀਆਂ, ਪਹਿਲਾਂ ਤਾਂ ਉਹ ਕੰਪਿਊਟਰ ਦਾ ਕੰਮ ਕਰਦੀਆਂ, ਐਕਸਰਸਾਈਜ਼ ਵਾਲਾ ਕੋਈ ਨਹੀਂ, ਫਿਰ ਉਸ ਤੋਂ ਬਾਅਦ ਜਦੋਂ ਘਰ ਆ ਜਾਂਦੀਆਂ ਨੇ ਉਹ ਟੀਵੀ ਦੇਖਦੀਆਂ, ਟੀਵੀ ਦੇਖਦੀਆਂ ਉਹਨਾਂ ਨੂੰ ਖਾਣੇ ਦਾ ਪਤਾ ਹੀ ਨਹੀਂ ਕਦੋਂ ਖਾ ਰਹੀਆਂ ਨੇ, ਮੂੰਹ 'ਚ ਪਾਈ ਜਾਂਦੇ, ਟੀਵੀ ਦੇਖੀ ਜਾ ਰਹੀਆਂ ਨੇ। ਨਾ ਸਾਡਾ ਖਾਣਾ ਬਣਾਉਣ ਦਾ ਬਣਾਉਣਾ, ਖਾਣਾ ਖਾਣ ਦੇ ਉੱਤੇ ਵੀ ਸਾਡਾ ਧਿਆਨ ਨਹੀਂ। ਜੇ ਤੁਸੀਂ ਖਾਣੇ ਨਾਲ ਜਿਹੋ ਜਿਹਾ ਬਿਹੇਵ ਕਰੋਗੇ ਖਾਂਦੇ ਹੋਏ, ਖਾਣੇ ਨੇ ਤੁਹਾਡੀ ਬੋਡੀ ਦੇ ਵਿੱਚ ਜਾ ਕੇ ਉਹੀ ਬਿਹੇਵ ਕਰਨਾ। ਬਹੁਤ ਇੰਪੋਰਟੈਂਟ ਗੱਲ ਤੁਸੀਂ ਜੀ, ਬਹੁਤ ਇੰਪੋਰਟੈਂਟ ਗੱਲ ਤੁਸੀਂ ਇੱਥੇ ਕਹਿ ਰਹੇ ਹੋ। ਟੀਵੀ ਮੂਰੇ ਖਾਣ ਦੇ ਸੰਬੰਧ 'ਚ ਕੀ ਅਸਰ ਕੀ ਰੱਖਦਾ ਜੀ ਫਿਰ ਇਦਾਂ ਦਾ, ਸਾਨੂੰ ਇਹ ਵੀ ਦੱਸੋ। ਟੀਵੀ ਦੇ ਵਿੱਚ ਕ੍ਰਾਈਮ ਹੋ ਰਿਹਾ, ਟੀਵੀ ਦੇ ਵਿੱਚ ਹੁਣ ਔਰਤਾਂ ਦੇਖਦੀਆਂ ਨੇ, ਇਸ਼ਕ ਫਿਸ਼ਕ ਵਾਲੇ ਦਿਨੇ ਐਪੀਸੋਡ ਦੇਖਦੀਆਂ ਨੇ, ਕਿਸੇ ਦਾ ਪਿਆਰ ਟੁੱਟ ਗਿਆ, ਉਹਦੇ ਸਾਰੇ ਬੋਡੀ ਦੇ ਐਂਜ਼ਾਈਮ, ਉਹਦੀ ਇਮੋਸ਼ਨ, ਉਹਦੀਆਂ ਫੀਲਿੰਗ ਸਾਰੀਆਂ ਡਿਸਟਰਬ ਹੁੰਦੀਆਂ ਨੇ। ਜੋ ਡਿਸਟਰਬ ਹੁੰਦੀਆਂ ਬੋਡੀ ਦਾ ਸਾਰਾ ਸਿਸਟਮ ਖਰਾਬ ਹੁੰਦਾ ਹੈ, ਬੋਡੀ ਦੀ ਪੈਥੋਲੋਜੀਕਲ ਸਿਸਟਮ ਦੇ ਵਿੱਚ ਸਾਰਾ ਉਹ ਕਦੇ ਉੱਥੇ ਬੈਠੀ ਅਗਰੈਸਿਵ ਹੋ ਰਹੀ ਹੈ, ਕਦੇ ਗੁੱਸੇ 'ਚ ਆ ਰਹੀ ਹੈ, ਕਦੇ ਉਹਨੂੰ ਮਨ 'ਚ ਕੁਛ ਆ ਰਿਹਾ, ਕਦੇ ਉਹਨੂੰ ਹੋਰ ਹਾਵ ਭਾਵ ਆ ਰਹੇ ਨੇ, ਕਦੇ ਉਹਨੂੰ ਆਪਣੇ ਡਰ ਪੈਦਾ ਹੋ ਰਹੇ ਨੇ, ਉਹ ਖਾਣਾ ਖਾ ਰਹੀ ਹੈ, ਉਹ ਖਾਣਾ ਡਾਈਜੈਸਟ ਠੀਕ ਨਹੀਂ ਹੁੰਦਾ, ਉਹ ਜਾ ਕੇ ਕਿਤੇ ਬੋਡੀ ਦੇ ਵਿੱਚ ਜਾ ਕੇ ਡਿਪੋਜ਼ਿਟ ਹੀ ਹੋਊਗਾ, ਉਹ ਬੋਡੀ ਦੇ ਵਿੱਚ ਜਾ ਕੇ ਮਵਾਦ ਪੈਦਾ ਕਰੂਗਾ। ਇਸ ਕਰਕੇ ਅਸੀਂ ਖਾਣੇ ਦਾ ਢੰਗ ਵੀ ਆਪਦਾ ਖਰਾਬ ਕਰ ਲਿਆ, ਵਧੀਆ ਖਾਣਾ ਬਣਾਉਣ ਤਾਂ ਬਹੁਤ ਦੂਰ ਦੀ ਗੱਲ। ਬਾਕੀ ਖਾਣਿਆਂ ਬਾਰੇ ਤੁਹਾਨੂੰ ਮੈਂ ਦੱਸ ਹੀ ਦਿੱਤਾ, ਧਰਤੀ ਸਾਡੀ ਪੋਲਿਊਟਡ ਹੈ, ਪਾਣੀ ਅਸੀਂ ਪੋਲਿਊਟਡ ਕਰ ਲਿਆ, ਹਵਾ ਅਸੀਂ ਪੋਲਿਊਟਡ ਕਰ ਲਿਆ। ਅਸੀਂ ਜਿਸ ਪਲੈਨਟ ਤੇ ਰਹਿ ਰਹੇ ਹਾਂ ਧਰਤੀ ਦੇ ਉੱਤੇ, ਉੱਥੋਂ ਸਾਫ਼ ਸੁਥਰਾ ਜਿਹੜਾ ਉਦੋਂ ਬਾਅਦ ਕੀ ਹੈ, ਪਾਣੀ ਹੈ ਤੇ ਐਟਮੋਸਫੀਅਰ ਹੈ, ਅਸੀਂ ਤਿੰਨੇ ਖਰਾਬ ਕਰ ਲਏ। ਚੌਥਾ ਅਸੀਂ ਰਹਿਣੀ ਸਹਿਣੀ ਖਰਾਬ ਕਰ ਲਈ। ਪੰਜਵੀਂ ਅਸੀਂ ਖਾਣੇ ਦੀਆਂ ਆਦਤਾਂ ਖਰਾਬ ਕਰ ਲਈਆਂ। ਛੇਵਾਂ ਅਸੀਂ ਸੌਣ ਦਾ ਟਾਈਮ ਖਰਾਬ ਕਰ ਲਿਆ, ਟਾਈਮ ਤੇ ਸੌਂਦੇ ਨਹੀਂ, ਟਾਈਮ ਤੇ ਉੱਠਦੇ ਨਹੀਂ, ਟਾਈਮ ਤੇ ਬਿਹੇਵ ਨਹੀਂ। ਸੱਤਵਾਂ ਸਾਡੇ ਕੋਲ ਇੱਕ ਮੈਨੇਜਮੈਂਟ ਦਾ ਸਬਜੈਕਟ ਹੋ ਗਿਆ, ਕਨਿੰਗਨੈਸ, ਸਿਕਲੀ, ਇਮੋਸ਼ਨਲ ਤੇ ਫੀਲਿੰਗਸ ਮਾਰ ਲਏ। ਕਿਵੇਂ ਠੀਕ ਹੋਵਾਂਗੇ? ਇਸ ਲਈ ਸਾਨੂੰ ਮਨੁੱਖ ਬਣਨ ਦੀ ਲੋੜ ਹੈ। ਸਾਨੂੰ ਹਿੰਦੂ ਸਿੱਖ ਮੁਸਲਮਾਨ ਬਣਨ ਦੀ ਲੋੜ ਨਹੀਂ ਹੈਗੀ, ਮਨੁੱਖ ਦੀ ਲੋੜ ਹੈ। ਔਰ ਉਹ ਜਿਹੜੇ ਫਕੀਰ ਸਾਡੇ ਆਏ ਸੀ, ਜੇ ਹਜ਼ਰਤ ਈਸਾ ਆਏ, ਹਜ਼ਰਤ ਮੁਹੰਮਦ ਸਾਹਿਬ ਆਏ, ਬਾਬਾ ਨਾਨਕ ਆਇਆ, ਸ਼ੇਖ ਫਰੀਦ ਆਏ, ਉਹ ਤੁਹਾਨੂੰ ਬੰਦੇ ਬਣਾਉਣ ਆਏ ਸੀ, ਉਹ ਆਪਦੇ ਗਰੁੱਪ ਪੈਦਾ ਕਰਨੀ ਆਏ ਸੀ। ਇਹ ਗਰੁੱਪ ਸਾਡੇ ਸਾਰੇ ਲੀਡਰਾਂ ਨੇ, ਉਹਨਾਂ ਨੇ ਧਰਮ ਪੈਦਾ ਕੀਤੇ ਨੇ, ਬਾਬਿਆਂ ਨੇ ਨਹੀਂ ਪੈਦਾ ਕੀਤੇ। ਇਸ ਕਰਕੇ ਸਾਨੂੰ ਮਨੁੱਖ ਬਣਨ ਦੀ ਲੋੜ ਹੈ। ਜਦੋਂ ਤੱਕ ਅਸੀਂ ਮਨੁੱਖ ਨਹੀਂ ਬਣਾਂਗੇ ਅਸੀਂ ਇਹੋ ਜਿਹਾ ਕੁਛ ਹੀ ਕਰਾਂਗੇ। ਤੇ ਫਿਰ ਡਾਕਟਰ ਸਾਹਿਬ ਆਖਰ ਦੇ ਵਿੱਚ ਸਵਾਲ ਇਹ ਹੈ ਕਿ ਤੁਹਾਡੇ ਕੋਲ ਇੱਥੇ ਜੇਕਰ ਬੰਦਾ ਕੋਈ ਇਦਾਂ ਦਾ ਆਵੇ, ਜਿਹੜਾ ਤੁਸੀਂ ਚੈਲੰਜਿੰਗ ਕੇਸਿਸ ਦੀ ਗੱਲ ਕਰਦੇ ਹੋ, ਤੇ ਕਿੰਨੇ % ਚਾਂਸਿਸ ਹੈਗੇ ਨੇ ਕਿ ਇਹ ਤੁਹਾਡੀ ਦਵਾਈ ਖਾਣ ਤੋਂ ਬਾਅਦ ਬੰਦਾ ਠੀਕ ਹੋ ਜਾਵੇ ਜਾਂ ਬੰਦੀ ਠੀਕ ਹੋ ਜਾਵੇ? ਤੁਹਾਡਾ ਮੈਨੂੰ ਸਵਾਲ ਬੜਾ ਚੰਗਾ ਲੱਗਿਆ।
ਜ਼ਿਆਦਾ ਬੈਟਰ ਇਹੀ ਰਹੂਗਾ ਕਿ ਮੈਂ ਆਪਣੇ ਮੂੰਹ ਕੁਛ ਨਾ ਕਹਾਂ, ਸੰਡੇ ਨੂੰ ਆ ਕੇ ਤੁਸੀਂ ਲੋਕਾਂ ਦੀ ਇੰਟਰਵਿਊ ਤੁਹਾਨੂੰ ਚੰਗਾ ਲੱਗੂਗਾ। ਜਦੋਂ ਜੀ। ਬੰਦੇ ਨੇ ਦੱਸਣਾ ਹੈ, ਤੁਸੀਂ ਨਾਂ ਨਹੀਂ ਲੈ ਸਕਦੇ, ਮੈਂ 20 ਲੱਖ ਰੁਪਏ ਲੈ ਕੇ ਆਇਆ, 25 ਲੱਖ ਰੁਪਏ ਮੈਂ ਇੰਗਲੈਂਡ ਤੋਂ ਆਇਆ, ਮੈਂ ਹੁਣ ਇੰਗਲੈਂਡ ਅਮਰੀਕਾ ਦੇ ਰੁਕੇ ਹੋਏ ਨੇ ਮੇਰੇ, ਇੰਗਲੈਂਡ, ਅਮਰੀਕਾ, ਜਰਮਨ, ਅਫਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ, ਸਾਰੇ ਕਿਤੋਂ ਬਾਈ ਈਅਰ ਪੇਸ਼ੈਂਟ ਆਉਂਦੇ ਨੇ ਔਰ ਬੜਾ ਮੈਂ ਨੋਮੀਨਲ ਚਾਰਜ ਕਰਨਾ ਪ੍ਰੋਫਿਟਲੀ। ਪਹਿਲਾਂ ਤਾਂ ਤੁਸੀਂ ਫ੍ਰੀ ਦਿੰਦੇ ਸੀ ਇੱਥੇ। ਇਹ ਹੈਗਾ ਵੀ ਦਵਾਈਆਂ ਇੰਨੀਆਂ ਮਹਿੰਗੀਆਂ ਪੈ ਗਈਆਂ, ਸਟਾਫ ਦੇ ਮੇਰੇ ਕੋਲ 20-22 ਬੰਦੇ ਨੇ, ਐਡਾ ਵੱਡਾ ਸੈਂਟਰ ਹੈ, 2 ਲੱਖ ਮੈਂ ਬਿਜਲੀ ਦੇ ਬਿੱਲ ਵੀ ਭਰਨਾ ਹੈ, ਪਰ ਮੈਂ ਅੱਜ ਤੱਕ ਇੱਥੋਂ ਪਾਣੀ ਨਹੀਂ ਪੀਤਾ ਕਿਉਂਕਿ ਮੇਰੇ ਆਪਦਾ ਕੋਈ ਖਰਚਾ ਨਹੀਂ। ਮੈਂ 2 ਟਾਈਮ ਖਾਣਾ ਖਾਣਾ, ਹੋਰ ਮੇਰਾ ਕੋਈ ਖਰਚਾ ਨਹੀਂ। ਮੇਰੀ ਬੀਵੀ ਪ੍ਰੋਫੈਸਰ ਹੈਗੀ ਹੈ, ਮੇਰੇ ਕੋਲ ਆਪਦੀ ਜ਼ਮੀਨ ਹੈਗੀ ਹੈ, ਮੈਂ ਨਾ ਪੈਸਾ ਜਮ੍ਹਾਂ ਕਰਦਾ ਨਾ ਮੈਨੂੰ ਲੋੜ ਹੈ। ਇਹੀ ਕੁਝ ਹੌਲੀ ਹੌਲੀ ਜ਼ਿੰਦਗੀ 'ਚ ਸਿੱਖਿਆ। ਹੁਣ ਇੱਕ ਸਟੇਜ ਤੇ ਪਹੁੰਚ ਗਏ, ਮੈंने ਦੇਖਿਆ ਵੀ ਨਾ ਕੁਛ ਮੈਂ ਬਾਕੀ ਲੈ ਕੇ ਆਇਆ ਸੀ, ਨਾ ਮੇਰੇ ਨਾਲ ਜਾਣਾ। ਮੈਂ ਬੱਚਿਆਂ ਨੂੰ ਵੀ ਕਹਿਤਾ ਵੀ ਆਪਦੇ ਜ਼ਿੰਮੇਵਾਰ ਆਪ ਹੋ, ਚੰਗੇ ਹੋਣਗੇ ਬਣਾ ਲਓਗੇ, ਮਾੜੇ ਹੋਣਗੇ ਵੀ ਬਰਬਾਦ ਕਰ ਲਓਗੇ, ਇਸ ਕਰਕੇ ਮੈਂ ਪੰਗੇ 'ਚ ਪੈਂਦੀ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ। ਤੇ ਫਿਰ ਜਦੋਂ ਤੁਹਾਡੇ ਕੋਲ ਇੱਕ ਮਰੀਜ਼, ਇੱਕ ਆਖਰੀ ਸਵਾਲ ਹੈ ਜੀ ਡਾਕਟਰ ਸਾਹਿਬ, ਟਾਈਮ ਸਾਨੂੰ ਇਜਾਜ਼ਤ ਨਹੀਂ ਦਿੰਦਾ, ਕਿੰਨਾ ਕੁ ਟਾਈਮ ਲੱਗ ਜਾਂਦਾ ਹੈ ਤੁਹਾਡੇ ਮੁਤਾਬਕ, ਅਗਰ ਕੋਈ ਬਹੁਤ ਜ਼ਿਆਦਾ ਜਿਸ ਤਰੀਕੇ ਤੁਸੀਂ ਬ੍ਰੈਸਟ ਕੈਂਸਰ ਦੀ ਗੱਲ ਕਰਦੇ ਜੀ ਜੀ ਜੀ, ਜੇ ਸਾਡੇ ਕੋਲ ਪਹਿਲੀ ਸਟੇਜ ਤੇ ਬ੍ਰੈਸਟ ਕੈਂਸਰ ਦਾ ਪੇਸ਼ੈਂਟ ਆ ਜਾਏ ਤਾਂ ਅਸੀਂ ਲਗਭਗ ਉਹਨੂੰ 4 ਮਹੀਨਿਆਂ 'ਚ ਠੀਕ ਕਰ ਦਿੰਦੇ ਹਾਂ। ਦੂਜੀ ਸਟੇਜ ਦੇ ਕੈਂਸਰ ਨੂੰ ਕਈ ਵਾਰੀ 6-7 ਮਹੀਨੇ ਲੱਗ ਜਾਂਦੇ ਨੇ। ਪਹਿਲੀ ਸਟੇਜ ਦਾ ਕੈਂਸਰ ਸਾਡੇ ਕੋਲ ਲਗਭਗ ਜਿਹਨੂੰ ਅਸੀਂ ਕਹਿੰਦੇ ਹਾਂ, ਹਾਲਾਂਕਿ ਕੈਂਸਰ ਹੁੰਦਾ ਨਹੀਂ ਪਰ ਬੋਲਣ 'ਚ ਆਉਂਦਾ ਹੈ, ਉਹ 95% ਤੋਂ ਲੈ ਕੇ 99% ਰਿਜ਼ਲਟ ਹੁੰਦੇ ਨੇ। ਦੂਜੀ ਸਟੇਜ ਦੇ ਵਿੱਚ ਸਾਡੇ ਰਿਜ਼ਲਟ ਜਿਹੜੇ ਨੇ ਉਹ 50 ਤੋਂ 60% ਹੁੰਦੇ ਨੇ। ਤੀਜੀ ਸਟੇਜ ਤੇ ਚੌਥੀ ਸਟੇਜ ਨੂੰ ਮੈਂ ਛੇੜਦਾ ਨਹੀਂ ਕਿਉਂਕਿ ਸਰਜੀਕਲ ਹੁੰਦੇ ਨੇ, ਮੈਂ ਸਰਜਨ ਹੈ ਨਹੀਂ ਜੀ। ਉਹ ਸਰਜਨ ਤੇ ਜਿਹੜੀ ਕੀਮੋਥੈਰੇਪੀ ਚੱਲਦੀ ਹੈ ਜੀ, ਕੀਮੋਥੈਰੇਪੀ ਤੋਂ ਬਾਅਦ ਕੋਈ ਆ ਸਕਦਾ ਤੁਹਾਡੇ ਕੋਲ ਇੱਥੇ? ਹਾਂ, ਕੀਮੋਥੈਰੇਪੀ ਤੋਂ ਬਾਅਦ ਸਾਡੇ ਕੋਲ ਆਉਂਦੇ ਨੇ। ਕੀਮੋਥੈਰੇਪੀ ਇੱਦਾਂ ਹੈਗਾ ਕਿ ਇੱਕ ਉਹ ਐਲੋਪੈਥੀ ਦਾ ਕੱਪ ਦਾ ਸਿਸਟਮ ਹੈ, ਉਹਦੇ ਵਿੱਚੋਂ ਕੈਂਸਰ ਸੈੱਲ ਨੂੰ ਮਾਰਦੇ ਨੇ। ਜਦੋਂ ਤਕੜੇ ਮਾੜੇ ਸੈੱਲਾਂ ਨੂੰ ਕੈਂਸਰ ਨੂੰ ਮਾਰਦੇ ਨੇ, ਤਕੜੇ ਸੈੱਲ ਵੀ ਨਾਲ ਮਰ ਜਾਂਦੇ ਨੇ। ਇਮਿਊਨਿਟੀ ਬੋਡੀ ਦੀ ਹੋਰ ਚੀਜ਼ਾਂ, ਹੋਰ ਰੋਗ, ਬੜੇ ਕੁਝ ਪ੍ਰੋਬਲਮ ਆ ਜਾਂਦੇ ਨੇ। ਇਸ ਕਰਕੇ ਉਦੋਂ ਅਸੀਂ ਇਮਿਊਨਿਟੀ ਬਿਲਡ ਕਰਦੇ ਹਾਂ ਤੇ ਬੋਡੀ ਨੂੰ ਸਟਰੋਂਗ ਕਰਦੇ ਹਾਂ, ਪੇਸ਼ੈਂਟ ਲੰਬੀ ਉਮਰ ਦੀ। ਤੇ ਡਾਕਟਰ ਸਾਹਿਬ, ਇਹ ਤੁਸੀਂ ਕਿੱਥੇ ਇਸ ਵੇਲੇ ਜਦੋਂ ਤੁਹਾਡੇ ਕੋਲ ਮਿਲਣਾ ਹੋਵੇ, ਕਿਹੜੇ ਤੁਸੀਂ ਦਿਨ ਰੱਖੇ ਹੋਏ ਨੇ? ਬੜਾ ਟਾਈਟ ਔਰ ਬਿਜ਼ੀ ਸ਼ਡਿਊਲ ਤੁਹਾਡਾ ਰਹਿੰਦਾ ਹੈ, ਤੁਹਾਨੂੰ ਮਿਲਣ ਦਾ ਢੰਗ ਸਾਨੂੰ ਦੱਸ ਦਿਓ। ਸਾਡੇ ਕੋਲ ਟੈਲੀਫੋਨ ਨੰਬਰ ਹੈ ਜੀ 9592610676 ਪ੍ਰੋਫੈਸਰ ਰਮਤਾ ਜੀ ਨੇ, ਉਹਨਾਂ ਕੋਲ ਇਹ ਅਪਾਇੰਟਮੈਂਟ ਦਿੰਦੇ ਨੇ। ਅਪਾਇੰਟਮੈਂਟ ਤੇ ਅਸੀਂ ਦੇਖਦੇ ਹਾਂ। ਹਰੇਕ ਸੰਡੇ ਤੇ ਵੈਨਸਡੇ ਮੈਂ ਇੱਥੇ ਪੇਸ਼ੈਂਟ ਦੇਖਦਾ। ਸਾਡਾ ਸਟਾਫ ਹੁੰਦਾ ਬਾਕਾਇਦਾ, ਇੱਥੇ ਉਸ ਕਾਊਂਟਰ ਦੇ ਉੱਤੇ 10-11 ਸਟਾਫ ਦੇ ਬੰਦੇ ਹੁੰਦੇ ਨੇ ਜੀ। ਸਾਰਾ ਕੁਝ, ਈਵਨ ਸੰਡੇ ਨੂੰ ਲੰਗਰ ਵੀ ਚੱਲਦਾ ਜੀ ਜੀ ਜੀ। ਤੇ ਦੂਜੇ ਪਾਸੇ ਇਹ ਹੈਗਾ ਕਿ ਇਹਦਾ ਜਗ੍ਹਾ ਦਾ ਨਾਮ ਫਨਵਿਲੇ ਹੈਗਾ। ਇਹ ਚੰਡੀਗੜ੍ਹ ਬਠਿੰਡਾ ਜਿਹੜਾ ਬਾਈਪਾਸ ਪਟਿਆਲੇ ਬਣਿਆ ਹੈ, ਟਕਾਲਾ ਰੋਡ ਤੇ ਜਦੋਂ ਦੋਨੇ ਪਾਸੇ ਸੜਕਾਂ ਉਤਰਦੀਆਂ, ਚੰਡੀਗੜ੍ਹ ਬਠਿੰਡਾ ਬਾਈਪਾਸ ਪਟਿਆਲਾ, ਜਦੋਂ ਟਕਾਲਾ ਰੋਡ ਤੇ ਪਟਿਆਲੇ ਆ ਕੇ ਸੜਕਾਂ ਉਤਰਦੀਆਂ, ਦੋਨੇ ਪਾਸੇ ਫਨਵਿਲ ਦੀ ਜ਼ਮੀਨ ਹੈ, ਰੋਡ ਦੇ ਉੱਪਰ ਹੀ ਹੈ ਮੇਨ ਦੇ, ਉਧਰ ਨਹੀਂ ਜਾਣਾ। ਟੈਲੀਫੋਨ ਨੰਬਰ ਮੈਂ ਦੁਬਾਰਾ ਫੇਰ ਦੱਸ ਦਿੰਦਾ 9592610676। ਮੇਰਾ ਨਾਮ ਜੋਗਿੰਦਰ ਟਾਈਗਰ ਹੈ ਜੀ। ਤੁਹਾਨੂੰ ਤਾਂ ਸਾਰੀ ਦੁਨੀਆ ਜਾਣਦੇ। ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਗੱਲਬਾਤ ਦੇ ਲਈ, ਔਰ ਅਸੀਂ ਕੋਸ਼ਿਸ਼ ਕਰਾਂਗੇ ਇਦਾਂ ਦੇ ਜਿਹੜੇ ਜ਼ਿੰਦਗੀ ਨੂੰ ਸਿਹਤਮੰਦ ਬਣਾਉਣ ਵਾਲੇ ਮੁੱਦੇ ਆਉਣ ਵਾਲੇ ਦਿਨਾਂ ਤੱਕ ਤੁਹਾਡੇ ਨਾਲ ਗੱਲਬਾਤ ਕਰੀਏ ਤੇ ਲੋਕਾਂ ਤੱਕ ਵੱਧ ਤੋਂ ਵੱਧ ਤੁਹਾਡੀਆਂ ਰਿਸਰਚਾਂ ਪਹੁੰਚਾਈਏ, ਤੁਹਾਡੇ ਖਿਆਲਾਤ, ਤੁਹਾਡੀਆਂ ਭਾਵਨਾਵਾਂ ਪਹੁੰਚਾਈਏ। ਬਹੁਤ ਬਹੁਤ ਸ਼ੁਕਰੀਆ ਸਾਰੀ ਗੱਲਬਾਤ ਲਈ। ਮੈਨੂੰ ਵੀ ਬੜਾ ਚੰਗਾ ਲੱਗਿਆ ਕਿਉਂਕਿ ਇਹ ਲੋਕ ਸੰਸਾਰ ਦੇ ਸਾਡੇ ਭੈਣ ਭਾਈ ਨੇ ਜੀ। ਬੂਟਿਆਂ ਵਾਂਗੂ ਨੇ, ਕੋਈ ਇੰਡੀਆ ਚ ਕੋਈ ਅਮਰੀਕਾ ਚ ਉੱਗ ਗਿਆ, ਮੈਂ ਤਾਂ ਮੁਲਕਾਂ ਚ ਵੀ ਨਹੀਂ ਕਦੇ ਪਿਆ, ਕੰਟਰੀ ਚ ਵੀ ਨਹੀਂ ਪਿਆ, ਭਾਸ਼ਾ ਚ ਨਹੀਂ ਵੀ ਕਿਹਾ। ਭਾਸ਼ਾ ਇਹ ਹੈ ਵੀ ਜਿੱਥੇ ਮੈਂ ਰਹਿ ਰਿਹਾ ਉੱਥੇ ਮੈਨੂੰ ਉਹ ਲੋਕਾਂ ਦੀ ਬੋਲਣੀ ਪੈਂਦੀ ਹੈ, ਜਿੱਥੇ ਮੈਂ ਉੱਗ ਗਿਆ ਉੱਥੇ ਮੈਨੂੰ ਰਹਿਣਾ ਪੈ ਰਿਹਾ। ਹੁਣ ਜੇ ਮੈਂ ਇੰਡੀਆ ਚ ਰਹਿ ਰਿਹਾ, ਜੇ ਮੈਂ ਕਹੂੰਗਾ ਇੰਡੀਆ ਨਹੀਂ ਹੈਗਾ, ਮੈਨੂੰ ਅੰਦਰ ਦੇ ਦੇਣਗੇ ਪਾਕਿਸਤਾਨ ਤੋਂ ਆਇਆ। ਮੈਨੂੰ ਤਾਂ ਡਰ ਦੇ ਮਾਰੇ ਇੰਡੀਆ ਲਿਖਣਾ ਪੈਂਦਾ ਕਿਉਂਕਿ ਸਿਸਟਮ ਇਹ ਜਿਹਾ ਬਣਾਇਆ ਹੈ ਜੀ ਜੀ ਜੀ। ਵਰਨਾ ਆਈ ਡੋਂਟ ਬਿਲੀਵ ਇਨ ਇੰਡੀਆ ਔਰ ਪੰਜਾਬੀ ਔਰ ਆਈ ਡੋਂਟ ਬਿਲੀਵ ਐਨੀ ਕਾਸਟ ਔਰ ਰਿਲੀਜਨ ਜੀ ਜੀ। ਮੈਂ ਸਿੱਧਾ ਕੁਦਰਤ ਨਾਲ ਜੁੜਿਆ ਤੇ ਕੁਦਰਤ ਦਾ ਪੁੱਤਾਂ, ਧਰਤੀ ਮਾਤਾ ਤੇ ਰਹਿਣਾ, ਅਸਮਾਨ ਦੀ ਛਾਪ ਮੇਰੇ ਉੱਪਰ ਹੈ। ਉਈਂ ਗੱਲਾਂ ਕਰਦਾ, ਉਵੇਂ ਜੀਣਾ, ਉਵੇਂ ਲੋਕਾਂ ਦੇ। ਜੀ ਜੀ, ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਸਾਰੀ ਗੱਲਬਾਤ ਦੇ ਲਈ। ਸੋ ਇਹ ਸਨ ਡਾਕਟਰ ਜੋਗਿੰਦਰ ਟਾਈਗਰ, ਜਿਹੜੇ ਕਿ ਦੁਨੀਆ ਭਰ ਦੇ ਵਿੱਚ ਆਪਣੀ ਚਿਕਿਤਸਾ ਕਰਕੇ, ਆਪਣੇ ਇਲਾਜ ਕਰਕੇ ਜਾਣੇ ਜਾਂਦੇ ਨੇ। ਤੁਹਾਡੇ ਨਾਲ ਗੱਲਬਾਤ ਕਰਾਈ ਹੈ। ਔਰ ਫਿਰ ਵੀ ਜੇਕਰ ਇਸ ਗੱਲਬਾਤ ਤੋਂ ਬਾਅਦ ਵੀ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਮਨ ਦੇ ਵਿੱਚ ਕੋਈ ਸ਼ੰਕਾ, ਕੋਈ ਸਵਾਲ ਹੈ ਇਲਾਜ ਪ੍ਰਤੀ, ਖਾਸ ਕਰਕੇ ਸਿਹਤ ਸੰਭਾਲ ਸੰਬੰਧੀ, ਕੈਂਸਰ ਸੰਬੰਧੀ, ਬ੍ਰੈਸਟ ਕੈਂਸਰ ਸੰਬੰਧੀ, ਤਾਂ ਤੁਸੀਂ ਉਹ ਆਪਣਾ ਸਵਾਲ ਕਮੈਂਟ ਬਾਕਸ ਦੇ ਵਿੱਚ ਪਾ ਦਿਓ। ਅਸੀਂ ਕੋਸ਼ਿਸ਼ ਕਰਾਂਗੇ ਆਉਣ ਵਾਲੀਆਂ ਵੀਡੀਓ ਦੇ ਵਿੱਚ ਜਦੋਂ ਅਸੀਂ ਚਰਚਾ ਕਰਾਂਗੇ ਤਾਂ ਉਸ ਸਵਾਲ ਨੂੰ ਲੈ ਲਈਏ। ਫਿਰ ਵੀ ਜੇਕਰ ਤੁਹਾਨੂੰ ਲੱਗਦਾ ਹੈ ਕਿ ਇਸ ਵੀਡੀਓ ਨਾਲ ਸੰਬੰਧਿਤ ਤੁਹਾਨੂੰ ਕੋਈ ਹੋਰ ਜਾਣਕਾਰੀ ਚਾਹੀਦੀ ਹੈ ਤਾਂ ਤੁਸੀਂ ਉਹ ਵੀ ਸਾਨੂੰ ਦੱਸ ਸਕਦੇ ਹੋ। ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੇ ਮੁੱਦੇ, ਤੁਹਾਡੀ ਸਿਹਤ ਨਾਲ ਸੰਬੰਧਿਤ ਸਾਰੀਆਂ ਜਾਣਕਾਰੀਆਂ ਆਉਣ ਵਾਲੇ ਸਮੇਂ ਦੇ ਵਿੱਚ ਡਾਕਟਰ ਜੋਗਿੰਦਰ ਟਾਈਗਰ ਦੀ ਰਿਸਰਚ ਦੇ ਜ਼ਰੀਏ ਤੁਹਾਡੇ ਸਾਹਮਣੇ ਲੈ ਕੇ ਆਈਏ। ਫਿਲਹਾਲ ਮੈਨੂੰ ਇਹ ਗੱਲਬਾਤ ਇੱਥੇ ਹੀ ਖਤਮ ਕਰਨ ਦੀ ਦਿਓ ਆਗਿਆ। ਧੰਨਵਾਦ।